हथ पैर तन देह। भरिए दा मतलब जे लिबड़ जाए, हथ दे थत्थे थले औंकड़ है, ਇਹਦਾ मतलब एक हथ, पैर दे रारे थले औंकड़ दा मतलब एक पैर, तन दा मतलब एक तन यानी शरीर दा कोई अंग, और देह दे हाहे थले औंकड़ नहीं है क्योंकि ये फीमेल जेंडर है, इसलिए देह दे हाहे थले औंकड़ नहीं है। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਸਾਡਾ ਹੱਥ ਪੈਰ ਸਰੀਰ ਦਾ ਕੋਈ ਅੰਗ, ਸਾਡਾ ਸਰੀਰ ਲਿਬੜ ਜਾਏ ਮਿੱਟੀ ਆਦਿਕ ਦੇ ਨਾਲ। ਭਰੀਏ ਦਾ ਮਤਲਬ ਹੁੰਦਾ ਹੈ ਭਰ ਜਾਏ, ਲਿਬੜ ਜਾਏ। ਪਿੰਡਾਂ ਦੇ ਅੰਦਰ ਲਿਬੜਨ ਨੂੰ ਭਰਨਾ ਕਹਿੰਦੇ ਨੇ ਕਿ ਮੇਰਾ ਹੱਥ ਚਿੱਕੜ ਨਾਲ ਭਰ ਗਿਆ ਹੈ, ਮੀਨਸ ਲਿਬੜ ਗਿਆ ਹੈ, ਗੰਦਾ ਹੋ ਗਿਆ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਪਾਣੀ ਧੋਤਾ ਉਤਰਸ ਖੇਹ। ਇਹਦਾ ਕਈ ਵੀਰ ਪਾਠ ਕਰਦੇ ਨੇ ਉਤਰ ਸੋਖੇ, ਲੇਕਿਨ ਉਹ ਪਾਠ ਕਰਨਾ ਗਲਤ ਹੈ। ਇਹ ਪਾਠ ਉਤਰਸ ਹੀ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਦੋਂ ਵੀ ਉਤਰਸ ਸ਼ਬਦ ਆਇਆ ਨਾ, ਉਹ ਜ਼ਿਆਦਾ ਕਰਕੇ ਸਿਹਾਰੀ ਦੇ ਨਾਲ ਆਇਆ। ਸਿਰਫ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਹੀ ਉਤਰਸ ਸ਼ਬਦ ਦੇ ਸੱਸੇ ਥੱਲੇ ਔਂਕੜ ਹੈ। ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਉਤਰਸ ਸ਼ਬਦ ਜਿਹੜਾ ਹੈ ਉਹ ਸਿਹਾਰੀ ਦੇ ਨਾਲ ਹੀ ਆਇਆ ਹੈ। ਤੇ ਜਦੋਂ ਅਸੀਂ ਪੁਰਾਤਨ ਬੀੜਾਂ ਵੱਲ ਇੱਕ ਝਾਤ ਮਾਰਦੇ ਹਾਂ, ਪਾਠ ਕਰਦੇ ਹਾਂ, ਤਾਂ ਉੱਥੇ ਜਪਜੀ ਸਾਹਿਬ ਜੀ ਦਾ ਜੋ ਇਹ ਸ਼ਬਦ ਉਤਰਸ ਹੈ ਉਹ ਸਿਹਾਰੀ ਦੇ ਨਾਲ ਲਿਖਿਆ ਹੋਇਆ ਵੀ ਮਿਲਦਾ ਹੈ। ਪਾਣੀ ਧੋਤੇ ਦਾ ਮਤਲਬ ਪਾਣੀ ਦੇ ਨਾਲ ਧੋਤਿਆਂ। ਉਤਰਸ ਖੇ ਦਾ ਮਤਲਬ ਖੇ ਜਿਹੜੀ ਹੈ, ਮਿੱਟੀ ਜਿਹੜੀ ਹੈ ਉਤਰ ਜਾਂਦੀ ਹੈ। ਜਿਵੇਂ ਚਿੱਕੜ ਗਾਰੇ ਨਾਲ ਜਾਂ ਸੁੱਕੀ ਮਿੱਟੀ ਦੇ ਨਾਲ ਸਾਡਾ ਹੱਥ ਪੈਰ ਤਨ ਦਾ ਕੋਈ ਸਰੀਰਕ ਅੰਗ ਜਿਹੜਾ ਹੈ ਲਿਬੜ ਜਾਏ, ਤਾਂ ਉਹ ਪਾਣੀ ਦੇ ਨਾਲ ਧੋਤਿਆਂ ਮਿੱਟੀ ਉਤਰ ਜਾਂਦੀ ਹੈ। ਸਾਨੂੰ ਮਿਸਾਲ ਦੇ ਕੇ ਸਮਝਾ ਰਹੇ ਨੇ, ਕਿਉਂਕਿ ਇਹ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਵਰਤਣ ਵਾਲੀਆਂ, ਤੇ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਦਾ ਉਦਾਹਰਨ ਦੇ ਕੇ ਹੀ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ, ਜਿਸ ਦੇ ਨਾਲ ਸਾਡੀ ਸਮਝ ਦੇ ਅੰਦਰ ਕੋਈ ਵੀ ਗੱਲ ਬੜੀ ਆਸਾਨੀ ਦੇ ਨਾਲ ਪੈ ਜਾਂਦੀ। ਹੁਣ ਅਗਲਾ ਬਚਨ ਕਰਦੇ ਨੇ ਮੂਤ ਪਲੀਤੀ ਕੱਪੜ ਹੋਏ। ਮੂਤ ਪਲੀਤੀ ਦਾ ਮਤਲਬ ਜੇ ਪਿਸ਼ਾਬ ਆਦਿਕ ਦੇ ਨਾਲ ਕੱਪੜਾ ਪਲੀਤ ਹੋ ਜਾਏ, ਜੇ ਮਲ ਮੂਤਰ ਦੇ ਨਾਲ ਕੱਪੜਾ ਪਲੀਤ ਹੋ ਜਾਏ, ਖਰਾਬ ਹੋ ਜਾਏ, ਤਾਂ ਦੇ ਸਾਬੂਨ ਲਈਏ ਉਹ ਧੋਏ। ਦੇ ਸਾਬੂਨ ਦਾ ਮਤਲਬ ਸਾਬਣ ਲਾ ਕੇ, ਲਈਏ ਉਹ ਧੋਏ ਦਾ ਮਤਲਬ ਉਸ ਕੱਪੜੇ ਨੂੰ ਧੋ ਲਿਆ ਜਾਂਦਾ ਹੈ। ਯਾਨੀ ਜੇ ਤੇ ਮਿੱਟੀ ਆਦਿਕ ਲੱਗੀ ਹੈ ਤਾਂ ਲੋਕ ਪਾਣੀ ਨਾਲ ਹੱਥ ਧੋ ਲੈਂਦੇ ਨੇ। ਮਲ ਮੂਤਰ ਨਾਲ ਕੱਪੜਾ ਖਰਾਬ ਹੋ ਜਾਏ ਤੇ ਉਹ ਪਾਣੀ ਨਾਲ ਸਾਫ਼ ਨਹੀਂ ਹੁੰਦਾ, ਸਾਬਣ ਲਗਾ ਲਿਆ ਜਾਂਦਾ, ਜਿਸ ਕਰਕੇ ਉਹਦੀ ਦੁਰਗੰਧ, ਉਹਦਾ ਦਾਗ ਆਦਿਕ ਮਿਟ ਜਾਏ, ਸਾਬਣ ਨਾਲ ਉਹ ਧੋ ਲਿਆ ਜਾਂਦਾ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਭਰੀਏ ਮਤ ਪਾਪਾਂ ਕੈ ਸੰਗ। ਹੁਣ ਇੱਥੇ ਪਾਪਾ ਨਹੀਂ ਪੜਨਾ, ਸ਼ਬਦ ਹੈ ਪਾਪ। ਤੇ ਜਦੋਂ ਕਿਸੇ ਨਾਉਨ ਨੂੰ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਜਾਂਦਾ ਹੈ ਤਾਂ ਉਹਦਾ ਉਚਾਰਨ ਨਾਸਕੀ ਹੁੰਦਾ ਹੈ। ਸ਼ਬਦ ਹੈ ਪਾਪ ਦੇ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਗਿਆ, ਸ਼ਬਦ ਬਣ ਗਿਆ ਪਾਪਾ। ਤੇ ਜੇ ਪਾਪਾ ਪੜਾਂਗੇ ਤਾਂ ਪਾਪਾ ਦਾ ਮਤਲਬ ਇੱਕ ਤੇ ਪਿਤਾ ਹੁੰਦਾ ਹੈ, ਦੂਜਾ ਪਾਪਾ ਕਹਿੰਦੇ ਨੇ ਜਿਵੇਂ ਪਿੱਪਲ ਦਾ ਪਾਪਾ ਯਾਨੀ ਪੱਤਾ। ਪਰ ਇੱਥੇ ਸ਼ਬਦ ਹੈ ਪਾਪ, ਪਾਪ ਨੂੰ ਬਹੁਵਚਨੀ ਬਣਾਇਆ ਹੈ, ਇਸ ਲਈ ਉਚਾਰਨ ਕਰਾਂਗੇ ਪਾਪਾਂ ਬਿੰਦੀ ਲਗਾ ਕੇ। ਭਰੀਏ ਮਤ ਪਾਪਾਂ ਕੇ ਸੰਗ। ਪਰ ਜੇ ਮਤ ਜਿਹੜੀ ਇਹ ਪਾਪਾਂ ਦੇ ਨਾਲ ਭਰੀ ਜਾਏ, ਲਿਬੜ ਜਾਏ, ਗੰਦੀ ਹੋ ਜਾਏ, ਤਾਂ ਉਹਨੂੰ ਨਾ ਤਾਂ ਪਾਣੀ ਨਾਲ ਧੋਤਾ ਜਾ ਸਕਦਾ ਹੈ, ਨਾ ਉਹਨੂੰ ਕਿਸੇ ਸਾਬਣ ਨਾਲ ਧੋਤਾ ਜਾ ਸਕਦਾ ਹੈ। ਇਹ ਅਸੀਂ ਜਪਜੀ ਸਾਹਿਬ ਜੀ ਦੇ ਸ਼ੁਰੂ ਵਿੱਚ ਪੜ੍ਹ ਆਏ ਹਾਂ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਕਿ ਲੱਖਾਂ ਵਾਰ ਵੀ ਜੇ ਮੈਂ ਇਸ ਤਨ ਨੂੰ ਧੋਵਾਂ, ਤੀਰਥਾਂ ਵਿੱਚ ਇਸ਼ਨਾਨ ਕਰਾਂ, ਇਸ ਤਨ ਦੀ ਸਾਫ਼ ਸਫਾਈ ਰੱਖਾਂ, ਤਾਂ ਵੀ ਜੋ ਮੇਰਾ ਮਨ ਹੈ, ਜੋ ਮਤ ਹੈ, ਉਹ ਤੀਰਥਾਂ ਤੇ ਨਹਾਉਣ ਦੇ ਨਾਲ ਸਾਫ਼ ਨਹੀਂ ਹੁੰਦੀ। ਇਹ ਚੀਜ਼ ਸਮਝਣ ਵਾਲੀ ਹੈ। ਸਚਿਆਰ ਹੋਣ ਵਾਸਤੇ ਸਾਡੀ ਮਤ ਸਾਫ਼ ਚਾਹੀਦੀ ਹੈ, ਸਾਡੀ ਸੋਚ ਸਾਫ਼ ਚਾਹੀਦੀ ਹੈ, ਸਾਡੇ ਕੋਲ ਵਿਸ਼ਾਲ ਜੋ ਸਾਰਥਕ ਗਿਆਨ ਹੈ ਉਹ ਚਾਹੀਦਾ ਹੈ, ਯਥਾਰਥ ਗਿਆਨ ਚਾਹੀਦਾ। ਉਹਦੇ ਨਾਲ ਸਾਨੂੰ ਸਮਝ ਆਏਗੀ ਕਿਹੜੀ ਚੀਜ਼ ਗਲਤ ਹੈ, ਕਿਹੜੀ ਚੀਜ਼ ਗਲਤ ਹੈ, ਕਿਹੜੀ ਠੀਕ ਹੈ, ਪੁੰਨ ਕੀ ਹੈ, ਪਾਪ ਕੀ ਹੈ, ਧਰਮ ਕੀ ਹੈ, ਅਧਰਮ ਕੀ ਹੈ, ਹਾਨੀ ਕੀ ਹੈ, ਲਾਭ ਕੀ ਹੈ,
अपना की है, बगाना की है, आत्म की है, अनात्म की है, जीवन की है, मौत की है, खुशी की है, गमी की है। इन्हां चीजां दी पहचान साडे कोल जदों यथार्थ ज्ञान होएगा तां ही कर पावांगे। मत बिल्कुल साफ सुथरी होएगी, वैर विरोध तो ईर्खा द्वेष तो रहत होएगी, साडे कोल कॉमन सेंस होएगी, विवेक बुद्ध होएगी, तां तीर्थां आदिक दे इशनान दे नाल पानी दे नाल कदे भी मत साफ नहीं। ये गल बिल्कुल यूनिवर्सल ट्रुथ है, ये ब्रह्मंडी सच है, एक मनोवैज्ञानिक तथ्य है। लेकिन आम जो लोग ने वो इत्थे ही उलझे रहंदे ने कि दुनियावी कोई कर्म कांड कर लो, थोड़ा बहुता पुण्य दान कर लो, तीर्थां ते नहा लो, जे कोई बजुर्ग गुजर गया है तां ओदे सुख शांति वास्ते श्राद्ध करा लो, जंतर मंतर कुछ पढ़ लो, टूणे तवीतां नूं अपना लो, मड़ियां मसाणा ते मत्थे टेक लो, बाबियां नूं मत्थे टेक आवो, शायद मतलब ये चीजां मिल जाण, पर एवें हुंदा नहीं। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਵੇਂ ਸਰੀਰ ਆਦਿਕ ਦੇ ਉੱਤੇ ਖੇ ਮਿੱਟੀ ਲੱਗ ਜਾਏ ਉਹਨੂੰ ਪਾਣੀ ਨਾਲ ਧੋ ਲਈਦਾ ਹੈ, ਜੇ ਮਲ ਮੂਤਰ ਦੇ ਨਾਲ ਕੋਈ ਕੱਪੜਾ ਖਰਾਬ ਹੋ ਜਾਏ ਉਹਨੂੰ ਸਾਬਣ ਲਾ ਕੇ ਧੋ ਲਈਦਾ ਹੈ। ਇਸੇ ਤਰ੍ਹਾਂ ਜੇਕਰ ਭਰੀਏ ਮਤ ਪਾਪਾਂ ਕੇ ਸੰਗ ਜੇ ਬੁੱਧੀ ਦੇ ਅੰਦਰ ਮਤ ਦੇ ਅੰਦਰ ਵਿਕਾਰ ਆ ਜਾਣ, ਈਰਖਾ ਆ ਜਾਏ, ਔਰ ਦੇਖੋ ਪਾਪਾਂ ਦੇ ਨਾਲ ਭਰੀ ਹੋਈ ਮਤ ਦੇ ਨਾਲ ਮਨੁੱਖ ਨੇ ਆਪਣਾ ਕਿੰਨਾ ਖੁਆਰ ਕੀਤਾ ਹੈ ਨਾ ਕੰਮ। ਜਿਵੇਂ ਹੁਣ ਤੁਸੀਂ 2 ਮਿੰਟ ਪਹਿਲਾਂ ਵਿਚਾਰ ਕਰ ਰਹੇ ਸੀ ਤਾਂ ਇੱਕ ਪਾਸੇ ਤਾਂ ਕਰੋਨਾ ਦੇ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਨੇ, ਸਾਰੇ ਦੇਸ਼ ਜਿਹੜੇ ਨੇ ਉਹ ਲੋਕਡਾਊਨ ਹੋਏ ਪਏ ਨੇ, ਇਕਨੋਮੀ ਦਾ ਭੈੜਾ ਹਾਲ ਹੈ, ਆਮ ਬੰਦੇ ਦਾ ਜਿਹੜਾ ਹੈ ਰੋਟੀ ਪਾਣੀ ਖਾਣਾ ਜੀਣਾ ਦੂਬਰ ਹੋਇਆ ਪਿਆ ਹੈ, ਤੇ ਦੂਜੇ ਪਾਸੇ ਬਾਰਡਰ ਦੇ ਉੱਤੇ ਉਹ ਇੱਕ ਦੂਜੇ ਦੇ ਨਾਲ ਮਤਲਬ ਲੜਨ ਦਾ ਜਾਂ ਜਿਸ ਤਰ੍ਹਾਂ ਵੀ ਤੁਸੀਂ ਵਿਚਾਰ ਕਰ ਰਹੇ ਸੀ ਮਾਰਨ ਦਾ। ਹੁਣ ਇਹ ਮੱਤ ਪਾਪਾਂ ਵਾਲੀ ਹੈ ਨਾ, ਗਲਤ ਮੱਤ ਹੈ ਨਾ, ਗਲਤ ਮੱਤ ਦਾ ਹੀ ਇੱਕ ਰਿਜ਼ਲਟ ਹੈ ਕਿ ਇਹ ਦੇਸ਼ਾਂ ਦੀਆਂ ਜਿਹੜੀਆਂ ਵੀ ਸੀਮਾਵਾਂ ਨਿਸ਼ਚਿਤ ਕਰ ਲਈਆਂ ਗਈਆਂ, ਇੱਕ ਦੇਸ਼ ਨੂੰ ਦੂਜੇ ਦੇਸ਼ ਨੇ ਆਪਣਾ ਵੈਰੀ ਸਮਝ ਲਿਆ, ਜਦੋਂ ਕਿ ਇੱਕ ਓੰਕਾਰ ਨੂੰ ਜੇ ਸਮਝਦੇ ਤਾਂ ਇਹ ਸਮੱਸਿਆਵਾਂ ਖੜੀਆਂ ਹੀ ਨਹੀਂ ਸੀ ਨਾ ਹੋਣੀਆਂ ਚਾਹੀਦੀਆਂ। ਰਾਸ਼ਟਰਵਾਦ ਦਾ ਜਿਹੜਾ ਹੋਕਾ ਦਿੱਤਾ ਗਿਆ ਬੰਦੇ ਨੂੰ ਬਹੁਤ ਚੰਗਾ ਲੱਗਾ, ਲੇਕਿਨ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਖਤਰਾ ਹੈ ਮਨੁੱਖਤਾ ਲਈ ਜੋ ਮੈਂ ਸਮਝਦਾ ਹਾਂ ਉਹ ਰਾਸ਼ਟਰਵਾਦ ਹੀ ਹੈ, ਕਿ ਜੋ ਮੇਰਾ ਦੇਸ਼ ਹੈ ਸੁਰੱਖਿਅਤ ਰਹੇ, ਦੂਜੇ ਦੇਸ਼ ਦੇ ਉੱਤੇ ਐਟਮ ਬੰਬ ਬਰਸਾ ਦਿਓ, ਜਿਵੇਂ ਜਾਪਾਨ ਦੇ ਉੱਤੇ ਡੇਗੇ ਗਏ। ਕਿੰਨੇ ਹਥਿਆਰ ਬਣਾਏ ਗਏ ਨੇ ਐਟਮੀ ਹਥਿਆਰ, ਤੇ ਜੇ ਇਹ ਐਟਮੀ ਹਥਿਆਰ ਚੱਲਦੇ ਨੇ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਮਨੁੱਖਤਾ ਬਾਰੂਦ ਦੇ ਬਹੁਤ ਵੱਡੇ ਢੇਰ ਤੇ ਬੈਠੀ ਹੋਵੇ। ਜਦੋਂ ਕਦੇ ਕੋਈ ਮੂਰਖ ਮਨੁੱਖ ਇਸ ਬਾਰੂਦ ਦੇ ਢੇਰ ਨੂੰ ਨਿੱਕੀ ਜਿਹੀ ਅੱਗ ਦੀ ਚੰਗਿਆੜੀ ਲਗਾਏਗਾ, ਇਹ ਬਾਰੂਦ ਦਾ ਢੇਰ ਫਟੇਗਾ ਤੇ ਰੱਬ ਦੀ ਵਸਤੀ ਇਹ ਕੁਦਰਤ ਫਿਨਾ ਫਿਲਾ ਹੋ ਜਾਏਗੀ। ਜੇ ਐਟਮੀ ਹਥਿਆਰ ਚੱਲਦੇ ਨੇ ਤੇ ਉਹ ਧੂਣੀ ਲਾਉਣ ਵਾਸਤੇ ਤਾਂ ਰੱਖੇ ਨਹੀਂ, ਜੇ ਐਸੇ ਹਾਲਾਤ ਪੈਦਾ ਹੋ ਜਾਂਦੇ ਨੇ ਤਾਂ ਫਿਰ ਇਸ ਦੁਨੀਆ ਦਾ ਕੀ ਹਾਲ ਬਣੇਗਾ? ਤਾਂ ਭੈੜੀ ਮਾਤੀ ਹੈ ਨਾ। ਜੇਕਰ ਇਹਨਾਂ ਦੇਸ਼ਾਂ ਦੀਆਂ ਸੀਮਾਵਾਂ ਖਤਮ ਕਰਕੇ ਪੂਰੀ ਦੁਨੀਆ ਨੂੰ ਇੱਕ ਕਰ ਦਿੱਤਾ ਜਾਏ, ਰਾਜਧਾਨੀ ਇੱਕ ਹੋ ਜਾਏ, ਇਹਨਾਂ ਦੇਸ਼ਾਂ ਨੂੰ ਸਟੇਟਾਂ ਦਾ ਦਰਜਾ ਦੇ ਦਿੱਤਾ ਜਾਏ, ਤਾਂ ਜੋ ਵੀ 40, 50, 60% ਜਿੰਨਾ ਵੀ ਧਨ ਮਨੁੱਖਤਾ ਦੇ ਵਿਨਾਸ਼ ਲਈ ਖਰਚ ਹੁੰਦਾ ਹੈ ਉਹ ਮਨੁੱਖਤਾ ਦੇ ਉਥਾਨ ਵਾਸਤੇ ਖਰਚ ਹੋ ਸਕਦਾ ਹੈ। ਦੂਜੀ ਗੱਲ ਹੈ ਸਮਾਜ ਦੇ ਅੰਦਰ ਦੇਖੋ ਮਾੜੀ ਮੱਤ ਦੀ ਨਿਸ਼ਾਨੀ, ਮਾੜੀ ਮੱਤ ਦਾ ਰਿਜ਼ਲਟ ਕੀ ਰਿਹਾ ਕਿ ਸਮਾਜ ਦੇ ਅੰਦਰ ਜਾਤੀਵਾਦ, ਬ੍ਰਾਹਮਣ, ਸ਼ੂਦਰ, ਖੱਤਰੀ, ਵੈਸ਼ ਆਦਿਕ ਵਰਨਾਂ ਦੇ ਅੰਦਰ ਵੰਡਿਆ, ਅੱਗੋਂ ਜਾਤਾਂ ਪਾਤਾਂ ਦੇ ਝੇੜੇ ਝਗੜੇ ਅੱਜ ਵੀ ਨੇ। ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਕਿੰਨਾ ਕਰੂਰ ਵਿਵਹਾਰ, ਪਸ਼ੂਆਂ ਵਾਲਾ ਵਿਵਹਾਰ ਮਨੁੱਖਤਾ ਦੇ ਇੱਕ ਬਹੁਤ ਵੱਡੇ ਹਿੱਸੇ ਦੇ ਨਾਲ ਕੀਤਾ ਜਾਂਦਾ ਰਿਹਾ। ਜਦੋਂ ਅਸੀਂ ਇਸਤਰੀ ਦੀ ਦਸ਼ਾ ਬਾਰੇ ਪੜ੍ਹਦੇ ਹਾਂ ਤਾਂ ਕਿੰਨਾ ਕਰੂਰ ਵਿਵਹਾਰ ਜਾਂ ਦੁਰਵਿਵਹਾਰ ਔਰਤ ਦੇ ਨਾਲ ਹੁੰਦਾ ਰਿਹਾ। ਇੰਨਾ ਫਰਕ ਸਮਝਿਆ ਗਿਆ ਨਾ, ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਾਂ। ਤਾਂ ਇਹ ਸਾਰਾ ਕੀ ਸੀ? ਖੋਟੀ ਮਾਤੀ ਨੇ, ਪਾਪ ਇਹਨੇ, ਹੋਰ ਕੀ ਹੈ। ਜੇ ਅਸੀਂ ਆਰਥਿਕ ਦੁਨੀਆ ਵੱਲ ਵੇਖਦੇ ਹਾਂ ਤਾਂ ਕਿਵੇਂ 2 ਨੰਬਰ ਦੇ ਧੰਦੇ ਔਰ ਕਿਵੇਂ ਕਾਲਾ ਬਾਜ਼ਾਰੀ, ਚੋਰ ਬਾਜ਼ਾਰੀ ਔਰ ਕਿਸ ਢੰਗ ਦੇ ਨਾਲ ਡੁਪਲੀਕੇਟ ਦਵਾਈਆਂ ਜਾਂ ਕੁਛ ਜੋ ਕੁਛ ਵੀ ਹੁੰਦਾ ਹੈ ਤੁਹਾਡੇ ਸਾਹਮਣੇ ਹੈ।
ਜਿਵੇਂ ਆ ਖਬਰਾਂ ਦੇ ਵਿੱਚ ਆਮ ਛਪਦਾ ਕਿ ਅਸੀਂ ਗਏ ਸੀ ਕਰੋਨਾ ਟੈਸਟ ਕਰਾਉਣ ਵਾਸਤੇ ਤੇ ਸਾਡਾ ਪੋਜ਼ਿਟਿਵ ਆ ਗਿਆ ਤੇ ਦੂਜੇ ਦਿਨ ਕਰਾਇਆ ਤੇ ਉਹ ਨੈਗੇਟਿਵ ਆ ਗਿਆ। ਕੇਵਲ ਪੈਸਾ ਲੈਣ ਵਾਸਤੇ ਜੇ ਕੋਈ ਲੈਬ ਵਾਲਾ ਐਵੇਂ ਕਰਦਾ ਹੈ ਤਾਂ ਏਡਾ ਵੱਡਾ ਨੁਕਸਾਨ ਹੈ। ਇਹਨੇ ਇਸੇ ਨੂੰ ਖੋਟੀ ਮੱਤ ਕਹਿੰਦੇ ਨੇ। ਖੋਟੀ ਮੱਤ ਦੀਆਂ ਇਹ ਨਿਸ਼ਾਨੀਆਂ ਨੇ। ਖੋਟੀ ਮੱਤ ਰਾਹੀਂ ਵਾਪਰ ਰਹੇ ਇਹ ਸਾਰੇ ਦੇ ਸਾਰੇ ਵੱਡੇ ਵੱਡੇ ਦੁਖਾਂਤ ਨੇ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਧਰਮ ਦੀ ਦੁਨੀਆ ਵਿੱਚ ਵੇਖ ਲਓ, ਇੱਥੇ ਤਾਂ ਖੋਟੀ ਮੱਤ ਵਾਲੇ ਨਹੀਂ ਸੀ ਚਾਹੀਦੇ, ਕਿਉਂਕਿ ਧਰਮ ਨੇ ਤਾਂ ਸਾਡੀ ਮੱਤ ਨੂੰ ਸਾਫ਼ ਸੁਥਰਾ ਕਰਨਾ ਸੀ। ਕੋਈ ਵੀ ਧਰਮ ਕਤਲ ਕਰਨੇ ਤੇ ਨਹੀਂ ਸਿਖਾਉਂਦਾ, ਕੋਈ ਵੀ ਧਰਮ ਝੂਠ ਬੋਲਣੇ ਤਾਂ ਨਹੀਂ ਸਿਖਾਉਂਦਾ। ਧਰਮ ਤਾਂ ਸਾਨੂੰ ਜੀਵਨ ਦੀ ਜਾਂਚ ਦਿੰਦਾ ਸੀ। ਪਰ ਧਰਮ ਦੀ ਦੁਨੀਆ ਵਿੱਚ ਵੀ ਤੁਹਾਨੂੰ ਖੋਟੀ ਮੱਤ ਵਾਲੇ ਲੋਕ ਮਿਲਣਗੇ। ਖੋਟੀ ਮੱਤ ਹੀ ਹੈ ਨਾ, ਭੂਤ ਪ੍ਰੇਤਾਂ ਦੇ ਵਹਿਮ ਜੋ ਪਾਏ ਨੇ। ਭੂਤ ਪ੍ਰੇਤ ਹੈ ਨਹੀਂ, ਬਿਲਕੁਲ ਨਹੀਂ ਹੈਗੇ, ਲੇਕਿਨ ਲੋਕਾਂ ਨੂੰ ਮਨਾਇਆ ਜਾ ਰਿਹਾ ਹੈ। ਲੋਕ ਚੌਂਕੀਆਂ ਦੇ ਰਹੇ ਨੇ। ਵਡਭਾਗ ਸਿੰਘ ਦਾ ਡੇਰਾ ਦੇਖੋ, ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਾ ਰਹੇ ਨੇ। ਔਰ ਉੱਥੇ ਜੋ ਮਾਨਸਿਕ ਰੋਗੀ ਨੇ, ਜਿਵੇਂ ਆ ਹਿਸਟੀਰੀਆ ਵਗੈਰਾ ਹੈ, ਤਾਂ ਹਿਸਟੀਰੀਏ ਦੇ ਮਰੀਜ਼ਾਂ ਦੇ ਅੰਦਰ ਐਸੀ ਭਾਵਨਾ ਆ ਜਾਂਦੀ ਹੈ ਕਿ ਮੇਰੇ ਅੰਦਰ ਕੋਈ ਆਤਮਾ ਪ੍ਰਵੇਸ਼ ਕਰ ਗਈ ਹੈ, ਜਾਂ ਘਰੇਲੂ ਕਈ ਸਮੱਸਿਆਵਾਂ ਹੁੰਦੀਆਂ ਨੇ, ਉਹਨਾਂ ਦੇ ਕਾਰਨ ਉਹ ਰੋਗੀ ਲੋਕ ਉੱਥੇ ਜਾ ਰਹੇ ਨੇ ਤੇ ਉਹਨਾਂ ਨੂੰ ਕਿਹਾ ਜਾਂਦਾ ਤੁਹਾਡੇ ਅੰਦਰ ਭੂਤ ਨੇ, ਔਰ ਇੱਥੇ ਆਇਆ ਭੂਤ ਨਿਕਲ ਜਾਣਗੇ। ਕਿੱਡਾ ਵੱਡਾ ਕਾਲਾ ਬਾਜ਼ਾਰੀ ਹੈ ਨਾ ਧਰਮ ਦੇ ਨਾਮ ਦੇ ਉੱਤੇ। ਆ ਜਿੰਨੇ ਵੀ ਹੱਥ ਵੇਖਣ ਵਾਲੇ ਜੋਤਸ਼ੀ ਜਾਂ ਕਿਸਮਤ ਦੱਸਣ ਵਾਲੇ ਬਾਬੇ, ਇਹ ਚੋਰ ਬਾਜ਼ਾਰੀ ਤਾਂ ਹੈ, ਹੋਰ ਕੀ ਹੈ ਧਰਮ ਦੇ ਨਾਮ ਦੇ ਉੱਤੇ। ਕਿੰਨਾ ਇਮੋਸ਼ਨਲ ਬਲੈਕਮੇਲਿੰਗ ਕੀਤੀ ਜਾਂਦੀ ਹੈ ਜੋ ਪੁਜਾਰੀ ਵਰਗ ਹੈ, ਜਿਸ ਦੇ ਵਿੱਚ ਮੈਂ ਖੁਦ ਵੀ ਸ਼ਾਮਲ ਹਾਂ। ਯਾਨੀ ਜੇਕਰ ਅਸੀਂ ਸੱਚ ਨਹੀਂ ਦੱਸਦੇ ਤਾਂ ਕਿੱਡਾ ਵੱਡਾ ਇਹਦੇ ਪਿੱਛੇ ਚੱਲ ਰਿਹਾ ਨਾ ਭੈੜੀ ਮੱਤ। ਨਰਕ ਸਵਰਗ, ਮਰਨ ਤੋਂ ਬਾਅਦ ਜੀ ਨਰਕ ਨੇ ਸਵਰਗ ਨੇ। ਗੁਰਬਾਣੀ ਨਹੀਂ ਮੰਨਦੀ ਇਹਨਾਂ ਚੀਜ਼ਾਂ ਨੂੰ, ਲੇਕਿਨ ਇਹ ਖੋਟੀ ਮੱਤ ਦੀ ਹੀ ਨਿਸ਼ਾਨੀ ਹੈ ਕਿ ਕਿਸੇ ਨੂੰ ਨਰਕ ਔਰ ਸਵਰਗਾਂ ਦੇ ਚੱਕਰਾਂ ਵਿੱਚ ਪਾ ਕੇ ਤੇ ਆਰਥਿਕ ਔਰ ਮਾਨਸਿਕ ਸ਼ੋਸ਼ਣ ਕਰਨਾ, ਕਿ ਤੁਹਾਡੇ ਬਾਪੂ ਨੂੰ ਕੱਪੜੇ ਮਿਲਣਗੇ ਤੇ ਪਾਣੇ ਆਪ, ਫਰੂਟ ਆਪ ਖਾਣਗੇ ਪੁਜਾਰੀ ਤੇ ਮਿਲਣਗੇ ਤੁਹਾਡੀ ਬੇਬੇ ਨੂੰ। ਬੇਬੇ ਵਿਚਾਰੀ ਨੂੰ ਤੇ ਘਰਦਿਆਂ ਨੇ ਇੱਥੇ ਨਹੀਂ ਦਿੱਤੇ ਤੇ ਉੱਥੇ ਅੱਗੇ ਕਿੱਥੇ ਦੇਣੇ ਸੀ। ਐਨ ਤੋਂ ਭਾਵ ਕਿ ਇਹ ਕਾਲਾ ਬਾਜ਼ਾਰੀ, ਚੋਰ ਬਾਜ਼ਾਰੀ, ਖੋਟੀ ਮੱਤ ਤੇ ਹੈ। ਰਾਜਨੀਤੀ ਦੀ ਦੁਨੀਆ ਦੀ ਮੈਂ ਗੱਲ ਕਰ ਹੀ ਚੁੱਕਾ। ਤੁਸੀਂ ਪਰਿਵਾਰਕ ਦੁਨੀਆ ਵਿੱਚ ਵੇਖੋ, ਬਹੁਤੇ ਥਾਵਾਂ ਦੀ ਗੱਲ ਕਰ ਰਿਹਾ ਮੈਂ, ਸਾਰਿਆਂ ਦੀ ਨਹੀਂ, ਪਰਸੈਂਟੇਜ ਦੇ ਹਿਸਾਬ ਨਾਲ ਇਹਨਾਂ ਚੀਜ਼ਾਂ ਨੂੰ ਸਮਝਣਾ। ਨੂੰਹਾਂ ਦੇ ਨਾਲ ਸਾਡਾ ਵਿਹਾਰ ਕੁਝ ਹੋਰ ਹੈ, ਧੀਆਂ ਦੇ ਨਾਲ ਹੋਰ ਹੈ, ਆਪਣਿਆਂ ਦੇ ਨਾਲ ਵਿਹਾਰ ਹੋਰ ਹੈ, ਦੂਜਿਆਂ ਦੇ ਨਾਲ ਵਿਹਾਰ ਹੋਰ ਹੈ। ਅਸੀਂ ਆਪਣੀ ਮਾਂ ਨਾਲ ਵਿਹਾਰ ਹੋਰ ਕਰਨੇ ਆ ਤੇ ਨੂੰਹ ਰਾਣੀ ਸੱਸ ਦੇ ਨਾਲ ਵਿਹਾਰ ਹੋਰ ਕਰਦੀ ਹੈ। ਇਹ ਭੈੜੀ ਮਾਤੀ ਤੇ ਹੈ, ਖੋਟੀ ਮਾਤੀ ਹੈ ਨਾ। ਕਿਸੇ ਨੂੰ ਗਾਲਾਂ ਕੱਢਣੀਆਂ, ਕਿਸੇ ਦਾ ਦਿਲ ਦੁਖਾਣਾ, ਕਿਸੇ ਦੀਆਂ ਭਾਵਨਾਵਾਂ ਦਾ ਕਤਲ ਕਰਨਾ, ਚੋਰੀਆਂ ਕਰਨੀਆਂ, ਪਾਪ ਅਪਰਾਧ ਕਰਨੇ, ਕਿਸੇ ਦੇ ਬੱਚਿਆਂ ਨੂੰ ਨਸ਼ਿਆਂ ਵਿੱਚ ਲਾ ਦੇਣਾ, ਖੋਟੀ ਮਾਤੀ ਹੈ ਨਾ। ਤੇ ਇਹ ਖੋਟੀ ਮੱਤ ਵਾਲੇ ਜੋ ਲੋਕ ਨੇ, ਜਿਨ੍ਹਾਂ ਨੇ ਜਿਸ ਖੋਟੀ ਮੱਤ ਕਰਕੇ ਇਸ ਸਮਾਜ ਦਾ, ਸੰਸਾਰ ਦਾ ਭੈੜਾ ਹਾਲ ਹੋਇਆ ਪਿਆ। ਹੁਣ ਇਹ ਸਾਰੇ ਲੋਕ ਧਾਰਮਿਕ ਕਰਮ ਕਰ ਰਹੇ ਨੇ, ਪਾਠ ਪੂਜਾ ਦੇਖ ਲਓ, ਗੁਰਦੁਆਰੇ ਸਾਹਿਬਾਨ, ਮੰਦਿਰਾਂ ਮਸੀਤਾਂ ਦੇ ਵਿੱਚ ਥਾਂ ਨਹੀਂ ਬਹਿਣ ਲਈ। ਲੋਕਡਾਊਨ ਕਰਕੇ ਥੋੜਾ ਪ੍ਰੋਬਲਮ ਆਈ ਹੈ, ਨਹੀਂ ਤਾਂ ਥਾਂ ਨਹੀਂ, ਤੀਰਥਾਂ ਤੇ ਥਾਂ ਨਹੀਂ ਹੈ। ਟੈਲੀਵਿਜ਼ਨ ਤੇ, YouTube ਤੇ, Facebook ਤੇ ਲੈਕਚਰ ਹੋ ਰਹੇ ਨੇ ਧਾਰਮਿਕ, ਲੇਕਿਨ ਧਾਰਮਿਕਤਾ ਕਿਤੇ ਹੈ ਨਹੀਂ, ਕਿਉਂਕਿ ਗੱਲਾਂ ਦੇ ਨਾਲ ਖੋਟੀ ਮੱਤ ਨੇ ਖਤਮ ਹੋਣਾ ਨਹੀਂ। ਹੋ ਸਕਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਖੋਟੀ ਮੱਤ ਨੂੰ ਖਤਮ ਕਿਵੇਂ ਕੀਤਾ ਜਾਏ, ਇਹਨੂੰ ਸਾਫ਼ ਕਿਵੇਂ ਕੀਤਾ ਜਾਏ। ਤਾਂ ਗੁਰੂ ਜੀ ਉਹਦੇ ਵਾਸਤੇ ਇੱਕ ਸਾਧਨ ਦੱਸ ਰਹੇ ਨੇ, ਭਰੀਏ ਮੱਤ ਪਾਪਾਂ ਕੇ ਸੰਗ। ਸਾਨੂੰ ਦੁਨਿਆਵੀ ਮਿਸਾਲਾਂ ਰਾਹੀਂ ਸਮਝਾਇਆ ਕਿ ਜਿਵੇਂ ਮਿੱਟੀ ਲੱਗ ਜਾਏ ਹੱਥ ਪੈਰਾਂ ਨੂੰ, ਉਹਨੂੰ ਪਾਣੀ ਨਾਲ ਅਸੀਂ ਧੋ ਲੈਂਦੇ ਹਾਂ। ਜੇ ਮਲ ਮੂਤਰ ਦੇ ਨਾਲ ਕੱਪੜਾ ਖਰਾਬ ਹੋ ਜਾਏ, ਉਹਨੂੰ ਅਸੀਂ ਸਾਬਣ ਲਾ ਕੇ ਧੋ ਲੈਂਦੇ ਹਾਂ। ਤੇ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਪਿਆਰਿਓ, ਜੇ ਮਨ ਬੁੱਧੀ ਪਾਪਾਂ ਵਿਕਾਰਾਂ ਦੇ ਨਾਲ, ਈਰਖਾ ਦਵੇਸ਼ ਦੇ ਨਾਲ ਲਿਬੜ ਕੇ ਗੰਦੀ ਹੋ ਜਾਏ, ਮੱਤ ਖੋਟੀ ਹੋ ਜਾਏ, ਤਾਂ ਉਹ ਧੋਪੈ ਨਾਵੇਂ ਕੈ ਰੰਗ। ਇੱਥੇ ਨਾਮ ਦਾ ਮਤਲਬ ਹੈ ਹੁਕਮ, ਰੰਗ ਦਾ ਮਤਲਬ ਹੈ ਪ੍ਰੇਮ। ਖੋਟੀ ਜਿਹੜੀ ਮੱਤ ਹੈ, ਜੇ ਉਹਨੂੰ ਧੋਣਾ ਚਾਹੁੰਦੇ ਹੋ ਤਾਂ ਉਹ ਰੱਬੀ ਹੁਕਮ ਦੇ ਨਾਲ ਪਿਆਰ ਕਰਕੇ ਧੋਤੀ ਜਾ ਸਕਦੀ ਹੈ। ਜੇ ਤੁਹਾਡੀ ਰੱਬੀ ਹੁਕਮ ਦੇ ਨਾਲ ਪ੍ਰੀਤ ਬਣ ਜਾਏ, ਸੱਚ ਦੇ ਨਾਲ ਪਿਆਰ ਬਣ ਜਾਏ, ਜੇ ਹੁਕਮ ਰਜ਼ਾਈ ਚੱਲਣਾ ਨੂੰ ਸਮਝ ਲਿਆ ਜਾਏ, ਜੇ ਸੱਚ ਦੇ ਨਾਲ ਪ੍ਰੀਤ ਬਣ ਜਾਏ, ਤਾਂ ਇਹ ਖੋਟੀ ਮੱਤ ਧੁੱਪ ਸਕਦੀ ਹੈ।
ਹੁਣ ਇਹ ਸਮਝਣ ਵਾਲੀ ਗੱਲ ਹੈ ਕਿ ਇੱਥੇ ਪ੍ਰੇਮ ਦੀ ਗੱਲ ਕਹੀ ਹੈ। ਰੰਗ, ਰੰਗ ਦਾ ਮਤਲਬ ਪ੍ਰੇਮ। ਜੇ ਸੱਚ ਨਾਲ ਪਿਆਰ ਪਾਇਆ ਜਾਏ, ਜੇ ਰੱਬੀ ਗੁਣਾਂ ਦੇ ਨਾਲ ਪ੍ਰੀਤ ਪਾਈ ਜਾਏ, ਰੱਬੀ ਹੁਕਮ ਦੇ ਨਾਲ ਪ੍ਰੀਤ ਪਾਈ ਜਾਏ, ਉਹ ਗੁਣ ਜੋ ਅਸੀਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੜ੍ਹੇ ਨੇ, ਸਮਝੇ ਨੇ, ਵਿਚਾਰੇ ਨੇ, ਜੇ ਉਹਨਾਂ ਗੁਣਾਂ ਦੇ ਨਾਲ ਸਾਡਾ ਪਿਆਰ ਹੋ ਜਾਏ, ਜਾਂ ਅਸੀਂ ਕਹਿ ਲਈਏ ਕਿ ਜੇ ਰੱਬ ਦੇ ਨਾਲ ਪਿਆਰ ਹੋ ਜਾਏ, ਤਾਂ ਫਿਰ ਮੱਤ ਬਿਲਕੁਲ ਸਾਫ਼ ਹੋ ਜਾਏਗੀ। ਜਦੋਂ ਤੁਹਾਡੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੋ ਗਿਆ, ਉਸੇ ਵੇਲੇ ਹੀ ਇਹ ਮੱਤ ਦੇ ਅੰਦਰੋਂ ਵਿਕਾਰ ਪਾਪ ਨਿਕਲ ਜਾਣਗੇ। ਇਹ ਚੀਜ਼ ਸਮਝਣ ਵਾਲੀ ਹੈ। ਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਵੀ ਕੀਤਾ ਹੈ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਦੇਖੋ, ਦੁਨੀਆ ਦੇ ਅੰਦਰ ਕੋਈ ਐਸਾ ਸਾਬਣ ਹਾਲੇ ਤੱਕ ਤਿਆਰ ਨਹੀਂ ਹੋਇਆ ਜਿਹੜਾ ਸਾਬਣ ਕੱਪੜੇ ਨੂੰ ਲਾਈਏ ਤੇ ਉਹਦੀ ਮੈਲ ਕੱਢ ਦੇਵੇ ਤੇ ਸਾਬਣ ਕੱਪੜੇ ਦੇ ਵਿੱਚ ਰਹਿ ਜਾਏ ਤੇ ਦੁਬਾਰਾ ਕੱਪੜੇ ਨੂੰ ਮੈਲਾ ਨਾ ਹੋਣ ਦੇਵੇ। ਇਹੋ ਜਿਹਾ ਸਾਬਣ ਹਾਲੇ ਤਿਆਰ ਨਹੀਂ ਹੋਇਆ। ਸਾਬਣ ਕੱਪੜੇ ਨੂੰ ਲਾਈਦਾ, ਸਾਬਣ ਕੱਪੜੇ ਦੇ ਵਿੱਚੋਂ ਮੈਲ ਵੀ ਕੱਢ ਦਿੰਦਾ ਤੇ ਆਪ ਵੀ ਨਿਕਲ ਜਾਂਦਾ, ਮੈਲ ਨੂੰ ਨਾਲ ਲੈ ਕੇ ਨਿਕਲ ਜਾਂਦਾ, ਸਾਬਣ ਵਿੱਚ ਨਹੀਂ ਰਹਿੰਦਾ, ਕੱਪੜਾ ਫਿਰ ਮੈਲਾ ਹੋ ਜਾਂਦਾ। ਪਰ ਪ੍ਰਭੂ ਦਾ ਨਾਮ, ਸੱਚ ਦਾ ਪਿਆਰ, ਰੱਬ ਦੇ ਗੁਣ, ਉਹ ਇੱਕ ਐਸਾ ਸਾਬਣ ਹੈ, ਜੇ ਮਨ ਨੂੰ ਲਾ ਲਈਏ ਨਾ ਇੱਕ ਵਾਰ, ਤੇ ਉਹ ਮੈਲ ਨੂੰ ਬਾਹਰ ਕੱਢ ਦਿੰਦਾ ਤੇ ਆਪ ਅੰਦਰ ਹੀ ਰਹਿ ਜਾਂਦਾ, ਫਿਰ ਮਨ ਨੂੰ ਮੈਲਾ ਨਹੀਂ ਹੋਣ ਦਿੰਦਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਰਿਦ ਦਾ ਮਤਲਬ ਸੋਚ, ਮੈਂਟੈਲਿਟੀ। ਜੋ ਪ੍ਰਭੂ ਦਾ ਨਾਮ, ਨਾਮ ਦਾ ਮਤਲਬ ਗੁਣ, ਉਹਦੇ ਹੁਕਮ, ਉਹਦੀ ਰਜ਼ਾ ਪਾਣਾ, ਮੈਂਟੈਲਿਟੀ ਦੇ ਅੰਦਰ ਸਮਾ ਜਾਂਦਾ ਹੈ, ਵਸ ਜਾਂਦਾ ਹੈ। ਤੇ ਜਦੋਂ ਅੰਦਰ ਨਾਮ ਵਸ ਜਾਏ, ਮੀਨਸ ਰੱਬ ਦੇ ਗੁਣ ਵਸ ਜਾਣ, ਤਾਂ ਪਾਪ ਆਟੋਮੈਟਿਕਲੀ ਦੂਰ ਹੋ ਜਾਂਦੇ ਨੇ। ਹੁਣ ਇਹ ਚੀਜ਼ ਨੂੰ ਅਸੀਂ ਥੋੜਾ ਜਿਹਾ ਸਮਝਣਾ ਹੈ, ਜਿਸ ਕਰਕੇ ਇਹਦੇ ਤੇ ਅਮਲ ਕਰਨਾ ਸੌਖਾ ਹੋ ਜਾਏ ਔਰ ਸਾਨੂੰ ਇਹ ਸਮਝ ਆ ਜਾਏ ਕਿ ਰੱਬੀ ਗੁਣਾਂ ਨਾਲ ਪਿਆਰ ਪਾਇਆ ਜਾਂ ਰੱਬ ਨਾਲ ਪਿਆਰ ਪਾਇਆ, ਸਾਡੀ ਮੱਤ ਕਿਵੇਂ ਸਾਫ਼ ਹੋ ਜਾਏਗੀ। ਤਾਂ ਇਹ ਚੀਜ਼ ਨੂੰ ਅਸੀਂ ਥੋੜਾ ਜਿਹਾ ਸਮਝਦੇ ਹਾਂ। ਮੰਨ ਲਓ ਤੁਹਾਡਾ ਕਿਸੇ ਦੇ ਨਾਲ ਪਿਆਰ ਹੈ, ਆਪਣੇ ਭੈਣ ਨਾਲ, ਭਰਾ ਨਾਲ, ਕਿਸੇ ਰਿਸ਼ਤੇਦਾਰ ਨਾਲ ਜਾਂ ਯਾਰ ਦੋਸਤ ਨਾਲ, ਕਿਸੇ ਨਾਲ ਵੀ ਜਿਹਦੇ ਨਾਲ ਤੁਹਾਡਾ ਦਿਲੀ ਪਿਆਰ ਹੈ, ਤਾਂ ਕੀ ਤੁਸੀਂ ਉਸ ਬੰਦੇ ਦੇ ਘਰੋਂ ਚੋਰੀ ਕਰੋਗੇ? ਸਿਰ ਹਿਲਾ ਕੇ ਦੱਸ ਦੋ ਹਾਂ ਜਾਂ ਨਾ। ਨਹੀਂ ਕਰੋਗੇ ਨਾ, ਕਿਉਂਕਿ ਬੋਲ ਨਹੀਂ ਸਕਦੇ ਥੇ ਕਲਾਸ ਦੇ ਵਿੱਚ ਤੇ ਐਵੇਂ ਹੋ ਸਕਦਾ ਜਾਂ ਐਵੇਂ ਹੋ ਸਕਦਾ। ਚੋਰੀ ਨਹੀਂ ਕਰੋਗੇ ਨਾ ਜਿਹਦੇ ਨਾਲ ਤੁਹਾਡਾ ਪਿਆਰ ਹੋਏਗਾ। ਜਿਹਦੇ ਨਾਲ ਤੁਹਾਡਾ ਪਿਆਰ ਹੋਏਗਾ, ਕੀ ਉਸ ਤੇ ਕਿਸੇ ਬੱਚੇ ਦਾ ਰਿਸ਼ਤਾ ਹੁੰਦਾ ਹੋਇਆ ਛਡਾਓਗੇ? ਕੀ ਤੁਸੀਂ ਉਹਦੇ ਨਾਲ ਈਰਖਾ ਦਵੇਸ਼ ਕਰੋਗੇ, ਉਹਦਾ ਕੋਈ ਨੁਕਸਾਨ ਕਰੋਗੇ, ਉਹਦੇ ਨਾਲ ਵੈਰ ਪਾਓਗੇ? ਨਹੀਂ ਪਾਓਗੇ ਨਾ। ਤੇ ਜੇ ਰੱਬ ਦੇ ਨਾਲ ਸਾਡਾ ਪਿਆਰ ਹੋ ਜਾਏ, ਤਾਂ ਕੀ ਤੁਸੀਂ ਰੱਬ ਦੀਆਂ ਲੱਤਾਂ ਤੋੜੋਗੇ? ਨਹੀਂ। ਰੱਬ ਨਾਲ ਈਰਖਾ ਕਰੋਗੇ, ਰੱਬ ਨੂੰ ਘਰੋਂ ਕੱਢੋਗੇ ਵੀ ਤੈਨੂੰ ਅਸੀਂ ਘਰ ਨਹੀਂ ਵੜਨ ਦੇਣਾ? ਨਹੀਂ ਨਾ। ਯਾਨੀ ਜਿਹਦੇ ਨਾਲ ਸਾਡਾ ਪਿਆਰ ਹੁੰਦਾ ਹੈ, ਉਹਦੇ ਨਾਲ ਅਸੀਂ ਉਹਦਾ ਕੋਈ ਨੁਕਸਾਨ ਨਹੀਂ ਕਰਦੇ, ਉਹਦੇ ਨਾਲ ਈਰਖਾ ਦਵੇਸ਼ ਨਹੀਂ ਕਰਦੇ, ਉਹਦੀਆਂ ਲੱਤਾਂ ਬਾਹਾਂ ਨਹੀਂ ਤੋੜਦੇ, ਸਗੋਂ ਉਹਦੇ ਹੁੰਦੇ ਹੋਏ ਨੁਕਸਾਨ ਨੂੰ ਬਚਾਉਂਦੇ ਆ। ਹੁਣ ਜੇ ਸਾਡਾ ਰੱਬ ਨਾਲ ਪਿਆਰ ਹੋ ਜਾਏ ਤਾਂ ਸਾਰੇ ਔਗਣ ਨਾਲ ਦੇ ਨਾਲ ਸਾਫ਼ ਹੋ ਜਾਣਗੇ, ਕਿਉਂਕਿ ਸਾਡਾ ਰੱਬ ਨਾਲ ਪਿਆਰ ਹੈ ਨਹੀਂ। ਅਸੀਂ ਕਹਿੰਦੇ ਆ ਪਰ ਹੈ ਨਹੀਂ, ਕਿਉਂਕਿ ਅਸੀਂ ਰੱਬ ਨੂੰ ਸਮਝਿਆ ਨਹੀਂ। ਸਾਨੂੰ ਗਲਤ ਸਮਝਾਇਆ ਗਿਆ ਰੱਬ ਬਾਰੇ। ਇਹ ਸਮਝਾਇਆ ਗਿਆ ਕਿ ਰੱਬ ਉੱਤੇ ਬੈਠਾ ਹੈ। ਹੁਣ ਉੱਤੇ ਬੈਠਾ ਨਾ ਉਹ ਥੱਲੇ ਉਤਰੇ ਤੇ ਨਾ ਉਹ ਫਿਰ ਉਹਦੇ ਨਾਲ ਅਸੀਂ ਪਿਆਰ ਕਰੀਏ। ਪਰ ਗੁਰੂ ਨਾਨਕ ਦੇਵ ਜੀ ਸਾਨੂੰ ਕਹਿ ਰਹੇ ਨੇ, ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ, ਘਟ ਘਟ ਮੈਂ ਹਰ ਜੂ ਬਸੈ, ਸਭ ਮੈਂ ਜੋਤ ਜੋਤ ਹੈ ਸੋਏ, ਜੋ ਦੀਸੈ ਸੋ ਤੇਰਾ ਰੂਪ, ਜੀਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਹਾਰੇ। ਤੇ ਜਿੰਨੀਆਂ ਵੀ ਆ ਮਾਨਯੋਗ ਔਰਤਾਂ ਨੇ, ਜਿੰਨੇ ਵੀ ਆ ਮਾਨਯੋਗ ਪੁਰਸ਼ ਨੇ, हे ਪ੍ਰਭੂ ਇਹ ਤੇਰਾ ਰੂਪ ਨੇ। ਦਿਸਦਾ ਹੋਇਆ ਸੰਸਾਰ ਤੇਰਾ ਹੀ ਰੂਪ ਹੈ। ਤੇ ਜੇ ਉਸ ਰੱਬ ਦੇ ਨਾਲ ਸਾਡਾ ਬਣ ਜਾਏ ਪਿਆਰ, ਕਿ ਰੱਬ ਤੁਹਾਡੇ ਸਾਰਿਆਂ ਦੇ ਵਿੱਚ ਬੈਠਾ ਹੈ, ਫਿਰ ਹੁਣ ਮੈਂ ਕਿਹਦੇ ਨਾਲ ਲੜਾਂ? ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ।
हे मालिक तू ही मेरा माँ बाप भैन भरा है, यानी मेरे माता दे विच भी पिता दे विच भी रिश्तेदारां भैणां भरावां दे विच ते तू वसना है। ते फिर किसी दी प्रॉपर्टी दबाओगे, किसी दा रिश्ता छडाओगे, किस नाल ईरखा करोगे? कि सीमावां दे उत्ते कोई किसी नूं मारेगा? नहीं ना। हुण असीं क्यों लड़ रहे हां? क्योंकि साडा प्यार ही नहीं रब दे नाल, धर्म नाल साडा प्यार है नहीं। बाहरी तौर ते ਅਸੀਂ ਧਰਮ ਨੂੰ ਅਪਣਾਇਆ ਹੈ, ਗੱਲਾਂ ਬਾਤਾਂ ਨਾਲ ਅਪਣਾਇਆ ਹੈ, ਲੋਕਾਂ ਨੇ ਧਾਰਮਿਕ ਜਿਹੜੇ ਨੇ ਚਿੰਨ੍ਹ ਪਾਏ ਹੋਏ ਨੇ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁ ਗਿਣਤੀ ਵਿੱਚ ਇਸ ਦੁਨੀਆ ਦੇ ਅੰਦਰ ਰੱਬ ਨਾਲ ਪ੍ਰੇਮ ਨਹੀਂ ਹੈ, ਧੋਖਾ ਹੈ, ਭਰਮ ਪਾਲਿਆ ਹੋਇਆ ਹੈ। ਅਸੀਂ ਵਿਖਾਵਾ ਕਰ ਰਹੇ ਹਾਂ, ਅਸੀਂ ਪਖੰਡ ਕਰ ਰਹੇ ਹਾਂ ਧਾਰਮਿਕ ਹੋਣ ਦਾ। ਬਹੁਤੇ ਜੋ ਲੋਕ ਨੇ ਮੱਥਾ ਟੇਕ ਆਏ, ਕੁਛ ਚੜਾਵਾ ਚੜਾਏ ਧਰਮ ਸਥਾਨਾਂ ਵਿੱਚ, ਜੋ ਵੀ ਕਿਸੇ ਦਾ ਧਰਮ ਅਨੁਸਾਰ ਹੈ ਉਹਨੂੰ ਧਰਮ ਸਮਝ ਲਿਆ, ਲੇਕਿਨ ਮਤ ਮੈਲੀ, ਮਤ ਦੇ ਅੰਦਰ ਪ੍ਰੇਮ ਨਹੀਂ ਹੈ। ਜੇ ਸੱਚ ਦੀ ਪ੍ਰੀਤ ਅੰਦਰ ਬਣ ਜਾਏ, ਸੱਚ ਅੰਦਰ ਟਿਕ ਜਾਏ, ਤਾਂ ਸੱਚ ਦੇ ਨਾਲ ਪਿਆਰ ਬਣਦੇ ਸਾਰ ਸਾਰੇ ਔਗਣ ਖਤਮ ਹੋ ਜਾਣਗੇ। ਕਿਉਂਕਿ ਚੋਰੀ ਕਰਨ ਲਈ ਸਾਨੂੰ ਝੂਠ ਬੋਲਣਾ ਪੈਣਾ ਹੈ, ਵਿਵਚਾਰ ਕਰਨ ਲਈ ਝੂਠ ਬੋਲਣਾ ਪੈਣਾ ਹੈ, ਪਤਨੀ ਨੂੰ ਧੋਖਾ ਦੇਣ ਲਈ ਝੂਠ ਬੋਲਣਾ ਪੈਣਾ ਹੈ, ਪਤੀ ਨੂੰ ਧੋਖਾ ਦੇਣ ਲਈ ਝੂਠ ਬੋਲਣਾ ਪੈਣਾ ਹੈ, ਭੈਣਾਂ ਭਰਾਵਾਂ ਨੂੰ ਧੋਖਾ ਦੇਣ ਲਈ ਝੂਠ ਬੋਲਣਾ ਪੈਣਾ ਹੈ, 2 ਨੰਬਰ ਦੇ ਧੰਦੇ ਕਰਨ ਵਾਸਤੇ ਝੂਠ ਬੋਲਣਾ ਪੈਣਾ ਹੈ। ਜਿੱਥੇ ਸੱਚ ਹੋਏਗਾ ਉੱਥੇ ਕੋਈ ਵਿਕਾਰ ਹੋਣਾ ਹੀ ਨਹੀਂ। ਇਸ ਲਈ ਇਹਨਾਂ ਗੁਣਾਂ ਦੇ ਨਾਲ ਪਿਆਰ ਪਾਣਾ ਹੈ, ਰੱਬ ਦੇ ਨਾਲ ਪਿਆਰ ਪਾਣਾ, ਰੱਬੀ ਹੁਕਮ ਦੇ ਨਾਲ ਪਿਆਰ ਪਾਣਾ, ਫਿਰ ਮਤ ਦੇ ਅੰਦਰੋਂ ਆਣਗੇ। ਇਹ ਗੱਲ ਸਮਝ ਆ ਗਈ ਜੀ ਸਾਰਿਆਂ ਨੂੰ? ਹੋ ਸਕਦਾ ਨਾ ਐਸਾ? ਕਿੰਨਾ ਸੌਖਾ ਕੰਮ ਹੈ, ਕਿੰਨਾ ਆਸਾਨ ਕੰਮ ਹੈ। ਦੇਖੋ ਨਾ ਤੇ ਹੁਣ ਇਸ ਸਮਾਜ ਨੂੰ ਬਦਲਣ ਵਾਸਤੇ ਇਸ ਪੌੜੀ ਦੇ ਅੰਦਰ ਕਿਤੇ ਵੀ ਨਹੀਂ ਕਿ ਤੁਸੀਂ ਮਾਲਾ ਫੇਰੋਗੇ ਤਾਂ ਤੁਹਾਡੀ ਮੱਤ ਟੁੱਟੇਗੀ, ਨਾ ਇੱਥੇ ਤੀਰਥਾਂ ਦਾ ਜ਼ਿਕਰ ਹੈ, ਨਾ ਇੱਥੇ ਇਹ ਵੀ ਇੰਨੇ ਪਾਠ ਕਰੋਗੇ ਜਾਂ ਕਰਾਓਗੇ ਤਾਂ ਤੁਹਾਡੀ ਮੱਤ ਟੁੱਟੇਗੀ, ਨਾ ਇੱਥੇ ਇਹ ਹੈ ਕਿ ਤੁਸੀਂ ਦਸਮ ਦੁਆਰ ਵਿੱਚ ਪ੍ਰਾਣ ਚੜਾਓਗੇ ਤਾਂ ਤੁਸੀਂ ਰੱਬ ਨੂੰ ਮਿਲੋਗੇ, ਪੁੱਠੇ ਸਿੱਧੇ ਸਾਹ ਲਓਗੇ ਤਾਂ ਰੱਬ ਨੂੰ ਮਿਲੋਗੇ, ਭੋਰਿਆਂ ਦੇ ਵਿੱਚ ਵੜੋਗੇ ਤਾਂ ਮਿਲੋਗੇ। ਹੈ ਕੋਈ ਗੱਲ ਇੱਥੇ ਨਹੀਂ ਨਾ ਹੈ। ਸਿਰਫ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਨਾਮ ਦਾ ਮਤਲਬ ਹੈ ਹੁਕਮ, ਨਾਮ ਦਾ ਮਤਲਬ ਸੱਚ, ਨਾਮ ਦਾ ਮਤਲਬ ਰੱਬ ਦੇ ਗੁਣ, ਤੇ ਰੰਗ ਦਾ ਮਤਲਬ ਪ੍ਰੇਮ। ਗੁਣਾਂ ਦੇ ਨਾਲ ਪਿਆਰ ਪਾ ਲਓ, ਮਤ ਧੁੱਪ ਜਾਏਗੀ। ਹੁਣ ਕਿਵੇਂ ਧੁੱਪ ਜਾਏਗੀ? ਜੇ ਸੱਚ ਨਾਲ ਪਿਆਰ ਹੈ ਤਾਂ ਝੂਠ ਅੰਦਰ ਨਹੀਂ ਰਹੇਗਾ, ਦਇਆ ਨਾਲ ਪਿਆਰ ਹੈ ਤੇ ਉੱਥੇ ਕੁਦਇਆ ਨਹੀਂ ਰਹੇਗੀ, ਜੇ ਅੰਦਰ ਪ੍ਰੇਮ ਦੀ ਭਾਵਨਾ ਹੈ ਤੇ ਉੱਥੇ ਗੁੱਸਾ ਨਹੀਂ ਰਹੇਗਾ, ਜੇ ਅੰਦਰ ਸੰਤੋਖ ਨਾਲ ਪਿਆਰ ਹੈ ਤਾਂ ਲੋਭ ਨਹੀਂ ਰਹੇਗਾ, ਨਿਮਰਤਾ ਦੇ ਨਾਲ ਪਿਆਰ ਹੈ ਤੇ ਉੱਥੋਂ ਹੰਕਾਰ ਖਤਮ ਹੋ ਜਾਏਗਾ, ਤਾਂ ਸਾਰਾ ਕੁਝ ਖਤਮ ਹੋ ਜਾਏਗਾ ਨਾ ਅੰਦਰੋਂ। ਨਸ ਵੰਝੋ ਕਿਲ ਵਿਖੋ ਕਰਤਾ ਕਰ ਆਇਆ, हे ਪਾਪੋ ਤੇ ਵਿਕਾਰੋ ਨਸ ਜਾਓ ਮੇਰੀ ਮੱਤ ਚੋਂ। ਇਸ ਮੱਤ ਦਾ ਕਰਤਾ ਜਿਹੜਾ ਹੈ ਰੱਬ ਆਪ ਇਸ ਸਿਰ ਦੇ ਘਰ ਦੇ ਵਿੱਚ ਆ ਗਿਆ ਹੈ। ਪਰ ਚੱਕਰ ਇਹ ਹੈ ਕਿ ਅਸੀਂ ਇਸ ਐਂਗਲ ਤੋਂ ਬਾਣੀ ਨੂੰ ਵਿਚਾਰਨ ਦਾ ਯਤਨ ਨਹੀਂ ਕੀਤਾ। ਸਾਡੇ ਦਿਮਾਗ ਵਿੱਚ ਇਹ ਚੀਜ਼ਾਂ ਕੁੱਟ-ਕੁੱਟ ਕੇ ਭਰ ਦਿੱਤੀਆਂ ਕਿ ਤੁਹਾਡੇ ਤੋਂ ਬਾਣੀ ਸਮਝੀ ਨਹੀਂ ਜਾਣੀ, ਅਰਥ ਸਮਝ ਨਹੀਂ ਆਉਣੇ, ਪਾਠ ਤੁਹਾਡੇ ਤੋਂ ਹੋਣਾ ਨਹੀਂ, ਆਮ ਬੰਦਾ ਨਹੀਂ ਪੜ੍ਹ ਸਕਦਾ ਤੇ ਚੋਲਿਆਂ ਵਾਲਾ ਬਾਬਾ ਹੀ ਕੋਈ ਸਮਝ ਸਕਦਾ, ਉਹ ਹੀ ਪੜ੍ਹ ਸਕਦਾ। ਤੇ ਅਸੀਂ ਆਪ ਬਾਣੀ ਪੜ੍ਹਨੀ ਛੱਡ ਦਿੱਤੀ, ਵਿਚਾਰਨੀ ਛੱਡ ਦਿੱਤੀ। ਦੇਖੋ ਹੁਣ ਕਲਾਸ ਦੇ ਵਿੱਚ ਕਿਵੇਂ ਆਨੰਦ ਬਣਿਆ ਨਾ, ਇੱਕ ਦੂਜੇ ਦੇ ਨਾਲ ਤੁਸੀਂ ਹਾਸਾ ਮਜ਼ਾਕ ਵੀ ਕਰਦੇ ਤੇ ਨਾਲ ਬਾਣੀ ਦੇ ਵਿਚਾਰ ਵੀ, ਕਿੰਨਾ ਆਨੰਦ ਬਣਿਆ ਹੋਇਆ ਹੈ। ਅਗਲਾ ਬਚਨ ਕਰਦੇ ਨੇ, ਪੁੰਨੀ ਪਾਪੀ ਆਖਣ ਨਾਹੇ। ਇਹਨੂੰ ਐਵੇਂ ਪੜ੍ਹਨਾ, ਪੁੰਨੀ ਪਾਪੀ ਆਖਣ ਨਾਹੇ। ਆਖਣ ਨਾਹੇ ਦਾ ਮਤਲਬ ਸਿਰਫ ਕਹਿਣ ਵਾਸਤੇ ਨਹੀਂ ਹੈ ਕਿ ਇਹ ਬੰਦਾ ਪੁੰਨੀ ਹੈ ਤੇ ਇਹ ਬੰਦਾ ਪਾਪੀ ਹੈ, ਤੇ ਨਾ ਕਹਿਣ ਦੇ ਨਾਲ ਕੋਈ ਪੁੰਨੀ ਔਰ ਪਾਪੀ ਬਣ ਜਾਂਦਾ। ਮੰਨ ਲਓ ਮੈਂ ਚੰਗੇ ਕੰਮ ਕਰਦਾ ਹਾਂ, ਸੱਚੇ ਰਾਹ ਤੇ ਚੱਲਦਾ ਹਾਂ, ਤੇ ਮੈਨੂੰ ਤੁਸੀਂ ਪਾਪੀ ਕਹੀ ਵੀ ਜਾਓ ਤੇ ਕਹਿਣ ਨਾਲ ਕੀ ਫਰਕ ਪਵੇਗਾ? ਜਦੋਂ ਮੈਂ ਕੰਮ ਕਰ ਹੀ ਚੰਗੇ ਰਿਹਾ ਤੇ ਪਾਪੀ ਕਹੀ ਜਾਓ, ਤੁਹਾਡੇ ਕਹਿਣ ਨਾਲ ਮੈਂ ਪਾਪੀ ਨਹੀਂ ਬਣ ਜਾਣਾ। ਤੇ ਜੇ ਮੈਂ ਮਾੜੇ ਕਰਮ ਕਰਦਾ ਹਾਂ ਤੇ ਤੁਸੀਂ ਮੈਨੂੰ ਧਰਮੀ ਕਹੀ ਜਾਓ ਕਿ ਬੜਾ ਧਰਮੀ ਹੈ, ਸੰਤ ਹੈ, ਫਲਾਣਾ ਹੈ, ਤਾਂ ਉਹਦੇ ਨਾਲ ਮੈਂ ਕੋਈ ਧਰਮੀ ਨਹੀਂ ਬਣ ਚੱਲਿਆ। ਕਿਉਂਕਿ ਮੈਂ ਜੋ ਕਰਮ ਕਰ ਰਿਹਾ ਹਾਂ ਉਹ ਮੈਨੂੰ ਪਤਾ ਹੈ। ਕਿਸੇ ਦੇ ਕਹਿਣ ਦੇ ਨਾਲ, ਸਿਰਫ ਕਹਿਣ ਦੇ ਨਾਲ ਨਾ ਕੋਈ ਧਰਮੀ ਹੋ ਜਾਂਦਾ ਹੈ, ਨਾ ਹੀ ਕੋਈ ਪਾਪੀ ਹੋ ਜਾਂਦਾ ਹੈ।
पहली गल। ते दूजी गल, असली जो अर्थ यह है कि पुन्नी पापी आखण नाहे, ये सिर्फ कहण दियां गल्लां ही नहीं कि यह पुन्नी है और पापी है, ये असलीयत है। गुरु जी कहंदे ने कर कर करना लिख ले जाहो। कर कर दा मतलब कर कर के, करना दा मतलब जो कर रहे हो, ਜਿਹੜੇ कर्म कर रहे हो, ये लिख के नाल ले जाओगे। नाल ले जाओगे दा मतलब तुहाडे नाल ही ਚੱਲਣਗੇ। ਜਿਹੜੇ ਹੁਣ कर्म ਕੀਤੇ ਨੇ ਤੁਹਾਡੇ ਨਾਲ ਚੱਲ ਰਹੇ ਨੇ, ਚੱਲਦੇ ਰਹਿਣਗੇ। ਔਰ ਉਹ ਲਿਖਣਾ ਕੀ ਹੈ, ਇਹ ਚੀਜ਼ ਬਹੁਤ ਸਮਝਣ ਵਾਲੀ ਹੈ। ਜਿਵੇਂ ਸਾਨੂੰ ਕਿਹਾ ਜਾਂਦਾ ਨਾ ਕਿ ਪਿੱਛੋਂ ਕਰਮ ਲਿਖੇ ਹੋਏ ਆ ਰਹੇ ਨੇ, ਚੰਗੇ ਔਰ ਮਾੜੇ ਕਰਮ, ਤੇ ਜੇ ਤੇ ਪਿੱਛੋਂ ਹੀ ਲਿਖੇ ਆ ਰਹੇ ਨੇ ਤਾਂ ਫਿਰ ਤਾਂ ਲੋੜ ਹੀ ਨਹੀਂ ਹੈਗੇ, ਫਿਰ ਤੇ ਬਦਲ ਹੀ ਨਹੀਂ ਨਾ ਸਕਦੇ। ਰੱਬ ਦੇ ਕਰਨੇ ਨੂੰ ਕਿਵੇਂ ਬਦਲੋਗੇ? ਲੇਖ ਨਾ ਮਿਟੇ ਹੈ ਸਖੀ, ਜੇ ਮਿਟ ਹੀ ਨਹੀਂ ਸਕਦਾ ਤੇ ਫਿਰ ਯਤਨ ਕਰਨ ਦੀ ਕੀ ਲੋੜ? ਲੇਖ ਨੂੰ ਜੇ ਅਸੀਂ ਇਸ ਤਰ੍ਹਾਂ ਐਕਸਪਲੇਨ ਕਰਾਂਗੇ ਤੇ ਫਿਰ ਤੇ ਲੋੜ ਹੀ ਨਹੀਂ ਹੈ, ਕਿਉਂਕਿ ਮਿਟ ਹੀ ਨਹੀਂ ਸਕਦਾ। ਫਿਰ ਤੇ ਮੇਰੇ ਕਰਮਾਂ ਵਿੱਚ ਜੇ ਪਾਪ ਲਿਖੇ ਨੇ, ਮੈਂ ਪਾਪ ਹੀ ਕਰਾਂਗਾ, ਕਤਲ ਹੀ ਕਰਾਂਗਾ। ਜਿਹਦੇ ਕਰਮਾਂ ਚੰਗੇ ਲਿਖੇ ਨੂੰ ਚੰਗਾ ਹੀ ਕਰੇਗਾ, ਫਿਰ ਤਾਂ ਸਾਡਾ ਕੋਈ ਰੋਲ ਹੀ ਨਹੀਂ ਹੈ ਨਾ ਜ਼ਿੰਦਗੀ 'ਚ। ਇਹ ਨਹੀਂ ਹੈ, ਇਹਦਾ ਮਤਲਬ ਇਹ ਨਹੀਂ ਜੋ ਅਸੀਂ ਇਸ ਤਰ੍ਹਾਂ ਕਰ ਕਰ ਕਰਨਾ ਲਿਖ ਲੈ ਜਾਓ। ਜੋ ਤੁਸੀਂ ਕਰਦੇ ਹੋ, ਜੋ ਤੁਸੀਂ ਸੋਚਦੇ ਹੋ, ਉਹ ਲਿਖਿਆ ਜਾ ਰਿਹਾ ਹੈ। ਤੇ ਲਿਖਿਆ ਪੈਨ ਔਰ ਕਾਪੀ ਨਾਲ ਨਹੀਂ ਜਾ ਰਿਹਾ। ਸਾਡੇ ਅੰਦਰ ਸੰਸਕਾਰ ਪੈਦਾ ਹੋ ਰਹੇ ਨੇ। ਜਦੋਂ ਅਸੀਂ ਕੋਈ ਕਲਪਨਾ ਕਰਦੇ ਹਾਂ ਨਾ, ਉਹ ਕਲਪਨਾ ਹੀ ਸਾਡਾ ਵਿਚਾਰ ਬਣਦੀ ਹੈ। ਜਦੋਂ ਉਸ ਵਿਚਾਰ ਨੂੰ ਅਸੀਂ ਬਾਰ-ਬਾਰ ਦੁਹਰਾਉਂਦੇ ਹਾਂ ਤਾਂ ਉਹ ਸਾਡੀ ਆਦਤ ਬਣ ਜਾਂਦੀ ਹੈ। ਫਿਰ ਉਹਨਾਂ ਆਦਤਾਂ ਨੂੰ ਬਦਲਣਾ ਬੜਾ ਮੁਸ਼ਕਲ ਹੁੰਦਾ ਹੈ। ਆਦਤਾਂ ਫਿਰ ਪੱਕੀਆਂ ਹੋ ਜਾਂਦੀਆਂ, ਸੁਭਾਅ ਬਣ ਜਾਂਦਾ ਹੈ, ਆਦਤ ਬਣ ਜਾਂਦੀ ਹੈ, ਤੇ ਉਸੇ ਨੂੰ ਕਿਸਮਤ ਤੇ ਲੇਖ ਕਿਹਾ ਜਾਂਦਾ ਹੈ। ਉਹ ਅਸੀਂ ਆਪ ਲਿਖਿਆ। ਫਿਰ ਉਸ ਆਦਤਾਂ ਨੇ, ਸਾਡੇ ਸੁਭਾਅ ਨੇ ਸਾਡੇ ਨਾਲ ਹੀ ਚੱਲਣਾ, ਜਿੱਥੇ ਵੀ ਜਾਓਗੇ ਨਾਲ ਲੈ ਜਾਓਗੇ। ਹੁਣ ਤੁਸੀਂ ਦੇਖੋ, ਕੋਈ ਤੁਹਾਡੇ ਵਿੱਚੋਂ ਅਮਰੀਕਾ ਆ ਗਿਆ, ਕੋਈ ਇੰਗਲੈਂਡ ਆ ਗਿਆ, ਕੋਈ ਕੈਨੇਡਾ ਆ ਗਿਆ ਇੰਡੀਆ ਛੱਡ ਕੇ, ਤੇ ਕੀ ਤੁਸੀਂ ਆਪਣਾ ਆਪਣਾ ਸੁਭਾਅ ਉੱਥੇ ਛੱਡ ਆਏ ਹੋ? ਸੁਭਾਅ ਤੇ ਨਾਲ ਹੀ ਲੈ ਕੇ ਆਏ ਨਾ। 5-4 ਸਾਲ ਦੀ ਗੱਲ ਹੈ, ਮੈਂ ਇੰਡੀਆ ਤੋਂ ਆਇਆ ਹੀ ਸਾਂ ਹਾਲੇ, ਤੇ ਦੂਜੇ ਦਿਨ ਮੇਰੇ ਬੇਟੇ ਨੇ ਕੀਤਾ ਫੋਨ, ਕਹਿਣ ਲੱਗਾ ਡੈਡੀ ਕਿੱਥੇ ਹੋ? ਮੈਂ ਕਿਹਾ ਬੇਟੇ ਮੈਂ ਸਟੋਰ ਵਿੱਚ ਆਇਆ ਵਾਂ ਜੁੱਤੀ ਲੈਣ ਲਈ। ਕਹਿੰਦਾ ਹਾਲੇ ਕੱਲ ਤੇ ਨਵੀਂ ਲੈ ਕੇ ਗਏ ਹੋ। ਮੈਂ ਕਿਹਾ ਬੇਟੇ ਮੇਰੀ ਜੁੱਤੀ ਨਾ ਗੁਰਦੁਆਰਿਓਂ ਚੁੱਕੀ ਗਈ ਹੈ, ਕਿਸੇ ਨੇ ਜੁੱਤੀ ਚੁੱਕ ਲਈ। ਤੇ ਬੇਟਾ ਕਹਿੰਦਾ ਹੈ? ਮੈਂ ਕਿਹਾ ਬੇਟੇ ਮੇਰੀ ਜੁੱਤੀ ਚੁੱਕ ਲਈ ਹੈ ਕਿਸੇ ਨੇ। ਕਹਿੰਦਾ ਹੈ? ਉਹ ਮੈਂ ਕਿਹਾ ਮੈਂ ਬੇਟੇ ਹੋਸ਼ ਹਵਾਸ ਵਿੱਚ ਹਾਂ। ਕਹਿੰਦਾ ਡੈਡੀ ਕੀ ਕਹਿ ਰਹੇ ਹੋ? ਮੈਂ ਕਿਹਾ ਬੇਟੇ ਮੈਂ ਕਹਿ ਰਿਹਾ ਮੇਰੀ ਜੁੱਤੀ ਚੁੱਕੀ ਗਈ ਹੈ, ਮੈਂ ਕਮਲਾ ਨਹੀਂ ਹੋਇਆ, ਮੈਂ ਹੋਸ਼ ਹਵਾਸ ਵਿੱਚ ਹਾਂ, ਮੇਰੀ ਜੁੱਤੀ ਗੁਰਦੁਆਰਿਓਂ ਚੁੱਕੀ ਗਈ। ਤੇ ਮੁੰਡਾ ਮੇਰਾ ਹੱਸੀ ਜਾਏ, ਕਹਿੰਦਾ ਇੰਗਲੈਂਡ ਵੀ ਲੋਕੀ ਜੁੱਤੀਆਂ ਚੁੱਕਦੇ ਨੇ। ਤੇ ਮੈਂ ਕਿਹਾ ਚਾਚੇ ਤਾਏ ਤੇ ਤੇਰੇ ਹੀ ਗਏ ਨੇ ਨਾ, ਇੰਡੀਆ ਤੋਂ ਹੀ ਗਏ ਨੇ, ਉੱਥੇ ਮੱਤ ਥੋੜੀ ਛੱਡ ਹੈ, ਸੁਭਾਅ ਥੋੜੀ ਛੱਡ ਹੈ। ਤਾਂ ਜਿੱਥੇ ਬੰਦਾ ਜਾਏਗਾ ਸੁਭਾਅ ਨਾਲ ਲੈ ਕੇ ਜਾਏਗਾ ਨਾ। ਤਾਂ ਜਿੰਨੇ ਵੀ ਸੰਤ ਸਾਧ ਵਗੈਰਾ ਨੇ, ਗੁਰੂ ਜੀ ਨੇ ਇਹਨਾਂ ਵਾਸਤੇ ਬਚਨ ਕੀਤਾ ਹੈ। ਕਹਿਣ ਲੱਗੇ ਕਮਲਿਓ ਤੁਸੀਂ ਘਰ ਛੱਡ ਆਏ ਹੋ, ਜੰਗਲਾਂ ਵਿੱਚ ਆ ਗਏ, ਵਿਦੇਸ਼ਾਂ ਵਿੱਚ ਆ ਗਏ, ਤੇ ਜਿਹੜਾ ਸੁਭਾਅ ਸੀ ਉਹ ਤੇ ਨਾਲ ਲਈ ਫਿਰਦੇ ਹੋ। ਦੇਸ਼ ਛੋੜ ਪਰਦੇਸੈਂ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਕਾਨ ਫਰਾਏ ਹਿਰਾਏ ਟੂਕਾ, ਕੰਨ ਪੜਵਾ ਲੈਨੇ, ਸਿਰ ਵਿੱਚ ਸੁਆਹ ਪਾਈ ਫਿਰਦੇ ਤੇ ਘਰ ਘਰ ਵਿੱਚ ਮੰਗਦਾ ਫਿਰਨਾ। ਬਨਤਾ ਛੋੜ, ਆਪਣੀ ਘਰ ਵਾਲੀ ਛੱਡ ਆਏ ਤੂੰ, ਵਿਆਹ ਨਹੀਂ ਕਰਾਇਆ। ਬਦ ਨਜ਼ਰ ਪਰ ਨਾਰੀ, ਤੇ ਹੁਣ ਦੂਜਿਆਂ ਦੀਆਂ ਔਰਤਾਂ ਦਾ ਧਿਆਨ ਰੱਖੀ ਫਿਰਨਾ, ਤੇ ਛੱਡ ਕੇ ਕੀ ਆਇਆ? ਤਿਆਗ ਕਾਹਦਾ ਕੀਤਾ? ਸੁਆਹ ਦਾ, ਖੱਟੇ ਮਿੱਟੀ ਦਾ। ਯਾਨੀ ਜਿੱਥੇ ਜਾਏਗਾ ਬੰਦਾ ਸੁਭਾਅ ਨਾਲ ਲੈ ਜਾਏਗਾ ਨਾ। ਇਸ ਸੁਭਾਅ ਦਾ ਹੀ ਸਿਆਪਾ ਹੈ ਸਾਰਾ। ਇੰਡੀਆ ਸਾਡੇ ਕਈ ਸੱਜਣ ਸੀ, ਕਈ ਦੁਸ਼ਮਣ ਸੀ, ਕਈਆਂ ਨਾਲ ਸਾਡੀ ਬੜੀ ਬਣਦੀ ਸੀ, ਕਈ ਸਾਡੇ ਵਿਰੋਧੀ ਸੀ, ਹੈ ਸੀ ਨਾ ਭੈਣੋ ਵੀਰੋ ਇਸ ਤਰ੍ਹਾਂ। ਤੇ ਇੱਥੇ ਇੰਗਲੈਂਡ ਆਣ ਕੇ ਵੀ ਕਈਆਂ ਨਾਲ ਸਾਡੀ ਬੜੀ ਬਣਦੀ, ਕਈਆਂ ਨਾਲ ਸਾਡੀ ਨਹੀਂ ਬਣਦੀ। ਕਾਰਨ ਕਿਉਂਕਿ ਜੋ ਸਾਡੇ ਸੁਭਾਅ ਨਾਲ ਇੰਡੀਆ ਮਿਲਦੇ ਸਨ ਉਹਨਾਂ ਨਾਲ ਪ੍ਰੇਮ ਸੀ, ਜਿਹੜੇ ਸੁਭਾਅ ਸਾਡਾ ਨਹੀਂ ਸੀ ਮਿਲਦਾ ਵਿਰੋਧੀ ਸਨ। ਇੰਗਲੈਂਡ ਵੀ ਜਿਨ੍ਹਾਂ ਨਾਲ ਸੁਭਾਅ ਮਿਲਦਾ ਉਹ ਸਾਡੇ ਯਾਰ ਦੋਸਤ ਨੇ, ਜਿਨ੍ਹਾਂ ਨਾਲ ਸੁਭਾਅ ਨਹੀਂ ਮਿਲਦਾ ਉਹ ਦੁਸ਼ਮਣ ਬਣ ਗਏ। ਜਿੱਥੇ ਵੀ ਬੰਦਾ ਜਾਏਗਾ ਉੱਥੇ ਹੀ ਐਵੇਂ ਕਰੇਗਾ, ਕਿਉਂਕਿ ਸੁਭਾਅ ਨਹੀਂ ਬਦਲਿਆ। ਲੋੜ ਤੇ ਮੱਤ ਨੂੰ ਬਦਲਣ ਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪੁੰਨੀ ਔਰ ਪਾਪੀ ਸਿਰਫ ਕਹਿਣ ਮਾਤਰ ਨਹੀਂ ਹਨ, ਇਹ ਪੱਕੇ ਸੰਸਕਾਰ ਬਣ ਜਾਂਦੇ ਨੇ। ਜੋ ਤੁਸੀਂ ਕਹਿੰਦੇ ਹੋ, ਜੋ ਤੁਸੀਂ ਸੋਚਦੇ ਹੋ, ਉਹ ਅੰਦਰ ਲਿਖਿਆ ਜਾ ਰਿਹਾ ਹੈ, ਤੁਹਾਡੇ ਸਬਕੌਂਸ਼ੀਅਸ ਦੇ ਅੰਦਰ ਜਾਈ ਜਾ ਰਿਹਾ ਹੈ, ਤੁਹਾਡਾ ਸੁਭਾਅ ਬਣੀ ਜਾ ਰਿਹਾ ਹੈ, ਇੱਕ ਨਿਊਰੋਪਾਥ ਬਣ ਜਾਂਦਾ ਹੈ ਅੰਦਰ। ਔਰ ਬੰਦਾ ਉਸੇ ਤਰ੍ਹਾਂ ਹੀ ਫਿਰ ਕਰਮ ਕਰੀ ਜਾਂਦਾ ਹੈ, ਉਹਨਾਂ ਦਾ ਹੀ ਉਹਨੂੰ ਫਲ ਮਿਲੀ ਜਾਂਦਾ ਹੈ।
ਤੇ ਗੁਰੂ ਜੀ ਹੁਣ ਸਾਨੂੰ ਸਮਝਾ ਰਹੇ ਨੇ, ਕਰ ਕਰ ਕਰਨਾ ਲਿਖ ਲੈ ਜਾਹੋ। ਜੋ ਤੁਸੀਂ ਸੋਚਦੇ ਹੋ, ਜੋ ਤੁਸੀਂ ਕਰਦੇ ਹੋ, ਜੋ ਤੁਸੀਂ ਬੋਲਦੇ ਹੋ, ਸੁਣਦੇ ਹੋ, ਜਿਨ੍ਹਾਂ ਕਰਮਾਂ ਨੂੰ ਬਾਰ-ਬਾਰ ਦੁਹਰਾਉਂਦੇ ਹੋ, ਉਹ ਤੁਹਾਡੇ ਅੰਦਰ ਸੰਸਕਾਰ ਰੂਪ ਵਿੱਚ ਲਿਖੇ ਜਾਂਦੇ ਨੇ। ਉਹ ਤੁਹਾਡਾ ਸੁਭਾਅ ਬਣ ਜਾਂਦਾ ਹੈ, ਉਹ ਤੁਹਾਡੀਆਂ ਆਦਤਾਂ ਬਣ ਜਾਂਦੀਆਂ ਨੇ, ਤੇ ਜਿੱਥੇ ਵੀ ਤੁਸੀਂ ਜਾਂਦੇ ਹੋ ਉਹ ਸੁਭਾਅ ਉੱਥੇ ਹੀ ਜਾਂਦਾ ਹੈ। ਉਹ ਗੱਲ ਸੁਣੀ ਹੈ ਨਾ, ਜੋ ਇੱਥੇ ਮੂਰਖ ਉਹ ਲਾਹੌਰ ਵੀ ਮੂਰਖ। ਕੋਈ ਬੰਦਾ ਸੀ ਤੇ ਉਹਦਾ ਨਾਮ ਪੈ ਗਿਆ ਕਮਲਾ, ਮੂਰਖ ਉਹਨੂੰ ਕਹਿਣ ਸਾਰੇ ਮੂਰਖ। ਤੇ ਉਹ ਬੰਦਾ ਤੰਗ ਆ ਗਿਆ, ਕਹਿਣ ਲੱਗਾ ਵੀ ਛੱਡੋ ਇਹਨੂੰ, ਛੱਡ ਕੇ ਤੇ ਚਲੇ ਜਾਂਦੇ ਆ। ਲਾਹੌਰ ਚਲਾ ਗਿਆ, ਦਿੱਲੀੋਂ ਲਾਹੌਰ ਚਲਾ ਗਿਆ। ਉੱਥੇ ਹੁਣ ਜਾ ਕੇ ਕੰਮ ਲੱਭੇ ਨਾ, ਘਰੋਂ ਨਿਕਲੀਏ ਫਿਰ ਪਤਾ ਲੱਗਦਾ ਨਾ ਕਿੰਨੀਆਂ ਤਕਲੀਫਾਂ। ਤੇ ਉੱਥੇ ਕਿਸੇ ਮਾਈ ਨੇ ਭੱਠੀ ਦੀ ਡਾਹੀ ਸੀ, ਤੇ ਉਹ ਭੱਠੀ ਵਿੱਚ ਦਾਣੇ ਭੁੰਨਦੀ ਸੀ, ਤੇ ਕਹਿਣ ਲੱਗਾ ਮਾਈ ਮੈਂ ਇਸ ਤਰ੍ਹਾਂ ਆਇਆ ਤੇ ਮੈਂ ਰਹਿਣਾ ਹੈ। ਤੇ ਮੈਨੂੰ ਉਹ ਕਹਿਣ ਲੱਗੀ ਚੱਲ ਕੋਈ ਨਾ, ਕੋਈ ਨੂੰ ਮੈਂ ਰੋਟੀ ਬਣਾ ਕੇ ਖਵਾਉਂਦੀ ਹਾਂ, ਤੂੰ ਭੱਠੀ ਵਿੱਚ ਅੱਗ ਡਾ। ਉਹਨੇ ਜਦੋਂ ਅੱਗ ਡਾਈ ਤੇ ਉਹ ਮਤਲਬ ਬਾਲਣ ਉਹਨੇ ਜ਼ਿਆਦਾ ਪਾਤਾ, ਇੱਕ ਵਾਰੀ ਅੱਗ ਦਾ ਭਾਂਬੜ ਮੱਚ ਗਿਆ। ਕਹਿਣ ਲੱਗੀ ਇੰਨੀ ਅੱਗ ਨਹੀਂ, ਸਿਰਫ ਥੋੜੀ ਥੋੜੀ ਪੱਤਾ ਸੁੱਟ। ਉਹਨੇ ਲੱਕੜਾਂ ਬਾਹਰ ਖਿੱਚ ਲਈਆਂ ਤੇ ਨਾਲ ਇੱਕ ਪੱਤਾ ਇਹਨਾਂ ਕਤੋੜੇ ਦੇ ਵਿੱਚ ਸੁੱਟ ਦਿੱਤਾ। ਪੱਤਾ ਉਹ ਕਹਿਣ ਲੱਗੀ ਤੂੰ ਥੋੜੀ ਜ਼ਿਆਦੀ ਤੇ ਫਿਰ ਚੁੱਬਾ ਜ਼ਿਆਦਾ ਡਾਤਾ। ਪਾਂਦੀ ਵੇ ਮੂਰਖਾ, ਤੈਨੂੰ ਅਕਲ ਹੈ ਨਹੀਂ। ਉਹ ਕਹਿੰਦਾ ਮਾਈ ਬਾਕੀ ਗੱਲਾਂ ਛੱਡ, ਮੈਂ ਲਾਹੌਰ ਤੋਂ ਇੱਥੇ ਲਾਹੌਰ ਆਇਆ ਦਿੱਲੀ ਤੋਂ, ਤੇ ਹਾਲੇ ਮੈਂ ਇੱਥੇ ਆਇਆ ਹੀ ਆ, ਮੈਨੂੰ ਇਹ ਦੱਸ ਵੀ ਮੇਰਾ ਨਾਂ ਤੈਨੂੰ ਕਿਹਨੇ ਦੱਸਿਆ? ਮੂਰਖ ਮੈਨੂੰ ਸਾਰੇ ਦਿੱਲੀ ਕਹਿੰਦੇ ਸਨ, ਇੱਥੇ ਤੈਨੂੰ ਨਾਂ। ਉਹ ਆਖਣ ਲੱਗੀ ਤੇਰਾ ਨਾਂ ਦੱਸਿਆ ਨਹੀਂ, ਤੇਰੀਆਂ ਕਰਤੂਤਾਂ ਦੱਸ ਰਹੀਆਂ। ਕਰਮ ਨੇ ਨਾ, ਤਾਂ ਕਰਮ ਕਿਵੇਂ ਛਿਪਾਓ? ਉਹ ਲਿਖੇ ਜਾ ਰਹੇ ਨੇ ਅੰਦਰ, ਉਹ ਸੁਭਾਅ ਨਾਲ ਜਾਏਗਾ, ਜਿੱਥੇ ਵੀ ਜਾਓਗੇ ਜਾਏਗਾ। ਇਸ ਲਈ ਚੰਗਾ ਸੋਚੋ। ਇਸ ਲਈ ਜੇ ਮਤ ਦੇ ਅੰਦਰ ਵਿਕਾਰ ਨੇ, ਉਹਨਾਂ ਨੂੰ ਧੋਣ ਲਈ ਨਾਮ ਦੇ ਨਾਲ, ਸੱਚ ਦੇ ਨਾਲ ਪ੍ਰੀਤ ਪਾਓ। ਆਪਣੀ ਬੋਲੀ ਬਦਲੋ, ਆਪਣੀ ਟੋਨ ਬਦਲੋ, ਆਪਣਾ ਸੋਚਣ ਦਾ ਲਹਿਜਾ ਬਦਲੋ, ਗੁਰਬਾਣੀ ਮੁਤਾਬਕ ਬਦਲੋ, ਭਾਵ ਕਿ ਅਸੀਂ ਬਦਲੀਏ ਤੇ ਬਦਲ ਸਕਦੇ ਹਾਂ। ਹੁਣ ਗੁਰੂ ਜੀ ਕਹਿੰਦੇ ਨੇ ਵੀ ਚੱਲ ਨਾਲ ਵੀ ਲੈ ਜਾਓਗੇ, ਤੇ ਅਸੀਂ ਕਹਿ ਦਾਂਗੇ ਵੀ ਚਲੋ ਕੋਈ ਗੱਲ ਨਹੀਂ, ਜੇ ਸੁਭਾਅ ਨਾਲ ਚਲਾ ਜਾਏਗਾ ਤੇ ਫਿਰ ਕੀ ਹੈ। ਗੁਰੂ ਜੀ ਕਹਿੰਦੇ ਨੇ ਆਪੇ ਬੀਜ ਆਪੇ ਹੀ ਖਾਓ। ਜਿਹੜੇ ਹੁਣ ਤੁਸੀਂ ਬੀਜ ਬੀਜੋਗੇ, ਖਾਣੇ ਵੀ ਤੁਹਾਨੂੰ ਪੈਣੇ ਨੇ। ਜੇ ਕਿਕਰਾਂ ਦੇ ਬੀਜ ਬੀਜੇ ਨੇ ਤਾਂ ਕਿਕਰਾਂ ਦੀਆਂ ਸੂਲਾਂ ਵੀ ਤੁਹਾਨੂੰ ਚੁੱਕਣੀਆਂ ਨੇ। ਮਲੇ ਬੀਜੋਗੇ ਤੇ ਮਲਿਆਂ ਦੇ ਬੇਰ ਖਾਓਗੇ, ਕੰਡੇ ਚੁਬਾਓਗੇ। ਜੇ ਕਮਾਦ ਬੀਜਿਆ ਹੈ ਤੇ ਗੰਨੇ ਹੋਣਗੇ, ਗੁੜ ਬਣੇਗੀ, ਖੰਡ ਬਣੇਗੀ। ਅੰਗੂਰਾਂ ਦੀ ਵੱਲ ਲਾਈਏ ਤੇ ਅੰਗੂਰ ਖਾਓਗੇ। ਤੇ ਜੇ ਕਿਕਰਾਂ ਦੇ ਬੀਜ ਬੀਜ ਲੋਗੇ ਤੇ ਫਿਰ ਕਹੋ ਕਿ ਇਹਨਾਂ ਕਿਕਰਾਂ ਨੂੰ ਅੰਗੂਰ ਕਿਉਂ ਨਹੀਂ ਲੱਗਦੇ, ਮੇਰੀ ਤੇ ਕਿਸਮਤ ਬੜੀ ਮਾੜੀ ਹੈ। ਕਿਸਮਤ ਮਾੜੀ ਨਹੀਂ, ਤੇਰੀ ਸੋਚ ਮਾੜੀ ਹੈ, ਤੇਰੀ ਮੱਤ ਮਾੜੀ ਹੈ। ਬਾਬਾ ਫਰੀਦ ਜੀ ਨੇ ਕਿੰਨੇ ਪਿਆਰ ਨਾਲ ਸਮਝਾਇਆ ਹੈ, ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏ ਦਾ, ਪੈਂਦਾ ਲੋੜੈ ਪੱਟ। ਹੁਣ ਆਪੇ ਬੀਜ ਆਪੇ ਹੀ ਖਾਓ, ਜੋ ਬੀਜੋਗੇ ਉਹ ਖਾਓਗੇ। ਜਿਵੇਂ ਫਸਲਾਂ ਜੋ ਬੀਜਦੇ ਆ ਉਹ ਖਾਂਦੇ ਆ। ਹੁਣ ਇੱਥੇ ਕਰਮਾਂ ਦੇ ਬੀਜ ਨੇ ਅੰਦਰ, ਸੰਸਕਾਰਾਂ ਦੇ ਬੀਜ ਨੇ ਅੰਦਰ। ਜੈਸੀ ਤੁਹਾਡੀ ਮੈਂਟੈਲਿਟੀ ਬਣ ਜਾਏਗੀ, ਵੈਸਾ ਹੀ ਅੱਗੇ ਤੁਸੀਂ ਖਾਓਗੇ, ਉਹਦਾ ਹੀ ਫਲ ਤੁਸੀਂ ਭੋਗੋਗੇ। ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ ਨਾ, ਕਈ ਲੋਕਾਂ ਦਾ ਸੁਭਾਅ ਬੜਾ ਚੰਗਾ ਹੁੰਦਾ ਹੈ, ਬੜਾ ਪਿਆਰਾ ਹੁੰਦਾ ਹੈ, ਜਿੱਥੇ ਵੀ ਜਾਣ ਉਹਨਾਂ ਨੂੰ ਮਾਣ ਸਤਿਕਾਰ ਮਿਲਦਾ ਹੈ, ਜਿੱਥੇ ਵੀ ਉਹ ਜਾਣ ਹਾਸੇ ਖੁਸ਼ੀਆਂ ਬਖੇਰਦੇ ਨੇ। ਤੇ ਕਈ ਲੋਕਾਂ ਦਾ ਸੁਭਾਅ ਐਸਾ ਹੁੰਦਾ ਹੈ ਕਿ ਜਿੱਥੇ ਜਾਣ ਉਹ ਹੱਸਦੇ ਵੀ ਜੇ ਹੋਣ ਤੇ ਜਾਂਦਿਆਂ ਉੱਥੇ ਰੋਣਾ ਪਾ ਦੇਣਗੇ। ਕਈ ਲੋਕ ਤੁਹਾਨੂੰ ਮਿਲਣਗੇ, ਤੁਸੀਂ ਖੁੱਲ ਕੇ ਹੱਸੋ, ਖੁੱਲ ਕੇ ਹੱਸੋ, ਤੇ ਉਹ ਤੁਹਾਨੂੰ ਕਹਿਣਗੇ ਕੀ ਯਾਰ ਹਿੜ ਕਰਕੇ ਹੱਸਣਾ ਹੈ, ਪਿਆ ਅਕਲ ਕਰ ਕੁਛ, ਕੀ ਬੇਅਕਲੀ ਕਰਨ। ਬੰਦਾ ਪੁੱਛੇ ਵੀ ਹੱਸਣਾ ਬੇਅਕਲੀ ਹੈ? ਜਿਨ੍ਹਾਂ ਨੂੰ ਹੱਸਣਾ ਵੀ ਬੇਅਕਲੀ ਲੱਗਦਾ ਹੋਵੇ, ਉਹਨਾਂ ਨੂੰ ਕਿੰਨੇ ਕੁ ਚੰਗੇ ਬੰਦੇ ਤੁਸੀਂ ਸਮਝਦੇ। ਜਿਸ ਸਮਾਜ ਦੇ ਵਿੱਚ ਹੱਸਣ ਨੂੰ ਬੇਵਕੂਫੀ ਸਮਝਿਆ ਜਾਏ, ਉਸ ਸਮਾਜ ਨੂੰ ਕਿਵੇਂ ਲੋਕ ਖੁਸ਼ੀ ਔਰ ਸੁਖੀ ਰੱਖ ਸਕਦੇ। ਇਸ ਲਈ ਜਿੱਥੇ ਐਸੀ ਸੋਚ ਵਾਲੇ ਲੋਕ ਜਾਣਗੇ, ਉੱਥੇ ਉਹ ਕਲੇਸ਼ ਪਾ ਹੀ ਦੇਣਗੇ। ਤਾਂ ਸੁਭਾਅ ਹੈ ਨਾ, ਆਪੇ ਬੀਜ ਆਪੇ ਹੀ ਖਾਓ। ਜਦੋਂ ਫਿਰ ਜਿੱਥੇ ਜਾ ਕੇ ਮਾੜਾ ਵਰਤੋਗੇ ਤੇ ਫਿਰ ਅਗਲੇ ਵਿਹਾਰ ਕੀ ਕਰਨਗੇ। ਕਈ ਵਾਰੀ ਵਿਆਹ ਸ਼ਾਦੀਆਂ 'ਚ ਜਾਈਦਾ ਨਾ, ਹੋ ਸਕਦਾ ਸਾਡੇ ਵਿੱਚੋਂ ਵੀ ਕਿਸੇ ਨਾਲ ਐਵੇਂ ਵਾਪਰਿਆ ਹੋਵੇ ਕਿ ਵਿਆਹ ਦੇ ਵਿੱਚ ਗਏ ਹੋਈਏ ਤੇ ਗੜਬੜ ਹੋਈ ਹੋਵੇ, ਤੇ ਘਰਦਿਆਂ ਨੇ ਸਾਨੂੰ ਕਿਹਾ ਹੋਵੇ ਵੀ ਇੰਜ ਕਰ ਵੀ ਭਰਾਵਾ ਤੂੰ ਚਲਾ ਜਾ ਵਿਆਹ ਦੇ ਵਿੱਚੋਂ, ਉਹ ਆਪਣਾ ਸਮਾਨ ਚੁੱਕ ਤੇ ਜਾ ਕਰੋ, ਕੱਢ ਦਿੰਦੇ ਨੇ ਨਾ। ਤੇ ਕਿਵੇਂ ਖਾਦਾ? ਅਸੀਂ ਆਪਣਾ ਬੀਜਾ ਖਾਦਾ ਨਾ। ਕਈ ਵਾਰ ਅਸੀਂ ਐਸੇ ਹੁੰਨੇ ਆ ਕਿ ਜੇ ਕਿਤੇ ਜਾਂਦੇ ਆ
ਤੇ ਸਾਡੀ ਜਾਣ ਪਛਾਣ ਨਾ ਵੀ ਹੋਵੇ ਤੇ ਸਾਨੂੰ ਮਾਣ ਆਦਰ ਸਤਿਕਾਰ ਮਿਲਦਾ ਹੈ, ਕਿਉਂਕਿ ਗੁਣ ਚੰਗੇ ਨੇ, ਬੀਜ ਚੰਗੇ ਬੀਜੇ। ਤਾਂ ਕਰਮ ਹੁੰਦੇ ਨੇ ਤਿੰਨ ਤਰ੍ਹਾਂ ਦੇ, ਇਹ ਥੋੜਾ ਅਸੀਂ ਥੋੜੀ ਜਿਹੀ ਵਿਚਾਰ ਕਰ ਲੈਂਦੇ ਆ। ਕਰਮ ਤਿੰਨ ਤਰ੍ਹਾਂ ਦੇ ਹੁੰਦੇ ਨੇ। ਇੱਕ ਕਰਮ ਨੇ ਪ੍ਰਾਰਬਧ ਕਰਮ। ਪ੍ਰਾਰਬਧ ਕਰਮ ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਦੇ ਫਲ ਦੇ ਅੰਦਰ ਸਾਨੂੰ ਸੁੱਖ ਜਾਂ ਦੁੱਖ ਮਿਲ ਰਿਹਾ ਹੈ ਜਾਂ ਮਿਲ ਚੁੱਕਾ ਹੈ। ਦੂਜਾ ਹੁੰਦਾ ਹੈ ਕਿਰਿਆਮਾਨ ਕਰਮ। ਕਿਰਿਆਮਾਨ ਕਰਮ ਕਹਿੰਦੇ ਨੇ ਜੋ ਕਰਮ ਅਸੀਂ ਕਰ ਰਹੇ ਹਾਂ। ਤੀਜੇ ਕਰਮ ਹੁੰਦੇ ਨੇ ਸੰਚਿਤ ਕਰਮ, ਜੋ ਅਸੀਂ ਇਕੱਠੇ ਕੀਤੇ ਹੋਏ ਨੇ। ਇਹ ਤਿੰਨ ਤਰ੍ਹਾਂ ਦੇ ਕਰਮ ਵਿਦਵਾਨਾਂ ਨੇ ਮੰਨੇ ਨੇ। ਹੁਣ ਇਹਨਾਂ ਤਿੰਨ ਤਰ੍ਹਾਂ ਦੇ ਕਰਮਾਂ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ? ਪ੍ਰਾਰਬਧ ਕਰਮ ਉਹਨੂੰ ਕਹਿੰਦੇ ਨੇ ਜਿਹਦੇ ਫਲ ਵਜੋਂ ਸਾਨੂੰ ਸੁੱਖ ਜਾਂ ਦੁੱਖ ਮਿਲਿਆ ਹੈ। ਉਹਨਾਂ ਕਰਮਾਂ ਨੇ ਆਪਣਾ ਕੰਮ ਕਰ ਦਿੱਤਾ ਹੈ, ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ, ਉਹਨਾਂ ਨੂੰ ਨਹੀਂ ਬਦਲਿਆ ਜਾ ਸਕਦਾ। ਜਿਵੇਂ ਇੱਕ ਬੰਦੇ ਨੇ ਪਿਸਟਲ ਵਿੱਚ ਗੋਲੀ ਪਾਈ ਤੇ ਉਸਨੇ ਗੋਲੀ ਚਲਾ ਦਿੱਤੀ, ਗੋਲੀ ਦੇ ਨਾਲ ਅੱਗੇ ਬੰਦਾ ਮਰ ਗਿਆ, ਤਾਂ ਇਹਨੂੰ ਕਵਾਂਗੇ ਅਸੀਂ ਪ੍ਰਾਰਬਧ ਕਰਮ, ਕਿਉਂਕਿ ਗੋਲੀ ਚੱਲ ਚੁੱਕੀ ਹੈ, ਬੰਦਾ ਮਰ ਚੁੱਕਾ ਹੈ। ਉਸ ਬੰਦੇ ਨੂੰ ਹੁਣ ਜਿੰਦਾ ਨਹੀਂ ਕੀਤਾ ਜਾ ਸਕਦਾ, ਉਹਦਾ ਫਲ ਹੁਣ ਮਿਲੇਗਾ, ਜੇਲ੍ਹ ਵਿੱਚ ਜਾਣਾ ਜਾਂ ਜੋ ਵੀ। ਕੋਈ ਬੰਦਾ ਪਾਣੀ ਵਿੱਚ ਡੁੱਬਣ ਲੱਗਾ ਸੀ, ਆਤਮ ਹੱਤਿਆ ਕਰਨ ਵਾਸਤੇ ਜਾ ਰਿਹਾ ਸੀ, ਤੇ ਅਸੀਂ ਉਸ ਬੰਦੇ ਨੂੰ ਥੋੜਾ ਸਮਝਾਇਆ ਤੇ ਉਹਨੂੰ ਵਾਪਸ ਮੋੜ ਲਿਆ ਤੇ ਉਹ ਬੰਦਾ ਬਚ ਗਿਆ, ਉਹਨੇ ਆਪਣੀ ਚੰਗੀ ਜ਼ਿੰਦਗੀ ਜੀਵੀ। ਇਹ ਚੰਗਾ ਕਰਮ ਹੈ, ਇਹਦਾ ਫਲ ਸਾਨੂੰ ਮਾਣ ਸਤਿਕਾਰ ਰੂਪ ਵਿੱਚ ਮਿਲੇਗਾ। ਇਹਨੂੰ ਕਹਿੰਦੇ ਨੇ ਪ੍ਰਾਰਬਧ ਕਰਮ। ਜਿਵੇਂ ਕਿਸੇ ਨੇ ਪੜ੍ਹਾਈ ਕੀਤੀ, ਉਹ ਡਾਕਟਰ ਬਣ ਗਿਆ, ਤਾਂ ਉਹਦਾ ਫਲ ਉਹਨੂੰ ਮਿਲ ਗਿਆ। ਹੁਣ ਉਹਨੂੰ ਉਹ ਕਿਤਾਬਾਂ ਦੁਬਾਰਾ ਪੜ੍ਹਨ ਦੀ ਲੋੜ ਨਹੀਂ ਪੈਣੀ ਵੀ ਉਹ ABCD ਦੁਬਾਰਾ ਤੋਂ ਪੜ੍ਹੇ, ਨਾ, ਉਹਨੇ ਪੜ੍ਹ ਲਿਆ, ਉਹਨੂੰ ਫਲ ਮਿਲ ਗਿਆ। ਇਹਨੂੰ ਕਹਿੰਦੇ ਨੇ ਪ੍ਰਾਰਬਧ ਕਰਮ, ਜੋ ਸਾਡੀ ਜ਼ਿੰਦਗੀ ਵਿੱਚ ਸੁੱਖ ਔਰ ਦੁੱਖ ਮਿਲੇ ਨੇ। ਮੰਨ ਲਓ ਮੈਂ ਕਿਸੇ ਦੇ ਨਾਲ ਲੜ ਪਿਆ ਤੇ ਲੜਨ ਦੇ ਨਾਲ ਮੇਰਾ ਔਰ ਉਹਦਾ ਸੰਬੰਧ ਵਿਛੇਦ ਹੋ ਗਿਆ, ਤਾਂ ਹੁਣ ਹੋ ਗਿਆ, ਇਹਨੂੰ ਪ੍ਰਾਰਬਧ ਕਰਮ ਕਵਾਂਗੇ। ਉਹ ਲੜਾਈ ਹੁਣ ਵਾਪਸ ਸ਼ਬਦ ਨਹੀਂ ਆ ਸਕਦੇ, ਇਹਨੂੰ ਕਹਿੰਦੇ ਨੇ ਪ੍ਰਾਰਬਧ ਕਰਮ। ਦੂਜਾ ਹੈ ਕਿਰਿਆਮਾਨ ਕਰਮ, ਇਹਨਾਂ ਨੂੰ ਅਸੀਂ ਬਦਲ ਸਕਦੇ ਹਾਂ। ਕਿਰਿਆਮਾਨ ਕਰਮ ਕਹਿੰਦੇ ਨੇ ਜੋ ਅਸੀਂ ਹੁਣ ਕਰ ਰਹੇ ਹਾਂ, ਵਰਤਮਾਨ ਦੇ ਅੰਦਰ ਜੋ ਅਸੀਂ ਕਰ ਰਹੇ ਹਾਂ, ਇਹਨਾਂ ਨੂੰ ਬਦਲਿਆ ਜਾ ਸਕਦਾ ਹੈ। ਇਹਨਾਂ ਕਰਮਾਂ ਨੂੰ ਇੰਝ ਸਮਝੋ ਕਿ ਕਿਸੇ ਬੰਦੇ ਦੇ ਕੋਲ ਪਿਸਟਲ ਹੈ, ਇੱਕ ਗੋਲੀ ਉਹਨੇ ਪਿਸਟਲ ਦੇ ਅੰਦਰ ਪਾਈ ਹੈ ਤੇ ਚਲਾ ਦਿੱਤੀ ਹੈ, ਉਹਨੂੰ ਬਦਲਿਆ ਨਹੀਂ ਜਾ ਸਕਦਾ। ਦੂਜੀ ਹੈ ਗੋਲੀ ਉਹਨੇ ਪਾਈ ਹੈ ਤੇ ਚਲਾਉਣ ਵਾਸਤੇ ਤਿਆਰ ਹੈ, ਜੇ ਚਾਹੇ ਤਾਂ ਆਪਣੀ ਉਂਗਲੀ ਪਾਸੇ ਕਰ ਲਵੇ ਔਰ ਪਿਸਟਲ ਖੋਲ ਕੇ ਗੋਲੀ ਬਾਹਰ ਕੱਢ ਲਵੇ, ਨਾ ਚਲਾਵੇ, ਇਹ ਉਹਦੇ ਵੱਸ ਵਿੱਚ ਹੈ, ਹਾਲੇ ਚੱਲੇ ਨਹੀਂ ਨਾ ਗੋਲੀ। ਇਹਨੂੰ ਕਹਿੰਦੇ ਨੇ ਕਿਰਿਆਮਾਨ ਕਰਮ। ਜੋ ਅਸੀਂ ਕਰਨ ਜਾ ਰਹੇ ਹਾਂ ਜਾਂ ਕਰ ਰਹੇ ਹਾਂ, ਇਹਨਾਂ ਨੂੰ ਅਸੀਂ ਬਦਲ ਸਕਦੇ ਹਾਂ। ਜੇ ਨੂੰਹ ਸੱਸ ਦੀ ਗੜਬੜ ਹੋ ਗਈ ਹੈ, ਇੱਕ ਦੂਜੇ ਦੀਆਂ ਲਿੰਬਾਂ ਪੁੱਟ ਬੈਠੀਆਂ ਨੇ ਤੇ ਉਹ ਪੁੱਟ ਬੈਠੀਆਂ ਨੇ, ਪਰ ਜੇ ਅੱਗੋਂ ਹੱਥ ਵਧਾਏ ਹੋਏ ਨੇ ਤੇ ਇਹਨਾਂ ਨੂੰ ਅਸੀਂ ਵਾਪਸ ਖਿੱਚ ਸਕਦੇ ਹਾਂ। ਜੇ ਇੱਕ ਭਰਾ ਦੂਜੇ ਭਰਾ ਨੂੰ ਕਤਲ ਕਰਨ ਵਾਸਤੇ ਜਾ ਰਿਹਾ ਹੈ ਤੇ ਉਹ ਵਾਪਸ ਆ ਸਕਦਾ ਹੈ। ਜੇ ਅਸੀਂ ਰਿਸ਼ਵਤ ਹੁਣ ਤੱਕ ਲੈ ਚੁੱਕੇ ਹਾਂ, ਉਹ ਲੈ ਚੁੱਕੇ ਹਾਂ, ਜਿਹੜੀ ਹੁਣ ਅਸੀਂ ਲੈਣ ਜਾ ਰਹੇ ਹਾਂ, ਜੇ ਨਾ ਲਵੀਏ ਤੇ ਅਸੀਂ ਨਾ ਲਵੀਏ, ਜ਼ੁਲਮ ਨਾ ਕਰੀਏ। ਇਹ ਕਿਰਿਆਮਾਨ ਕਰਮ ਬੰਦੇ ਦੇ ਆਪਣੇ ਹੱਥ, ਇਹ ਉਸ ਗੋਲੀ ਵਰਗੇ ਨੇ ਜੋ ਗੋਲੀ ਪਿਸਟਲ ਵਿੱਚ ਪਾਈ ਹੈ ਪਰ ਹਾਲੇ ਚਲਾਈ ਨਹੀਂ, ਉਹਨੂੰ ਅਸੀਂ ਬਦਲ ਸਕਦੇ ਹਾਂ। ਤਾਂ ਅਸੀਂ ਜੋ ਇਸ ਟਾਈਮ ਜ਼ਿੰਦਗੀ ਹੁਣ ਤੱਕ ਜੀ ਚੁੱਕੇ ਹਾਂ, ਉਹਦੇ ਬਦਲੇ ਸਾਨੂੰ ਮਾਨਸਿਕ ਪਰੇਸ਼ਾਨੀਆਂ ਸਹਾਰਨੀਆਂ ਪਈਆਂ ਜਾਂ ਦੁੱਖ ਸਹਾਰਨੇ ਪਏ, ਤਾਂ ਉਹ ਕਰਮ ਤਾਂ ਹੁਣ ਬਦਲੇ ਜਾ ਨਹੀਂ ਸਕਦੇ। ਲੇਕਿਨ ਜੋ ਹੁਣ ਅਸੀਂ ਬੋਲ ਬੋਲ ਕੇ ਆਪਣੀ ਪ੍ਰੀਤ ਵੰਗਾੜਨੀ ਹੈ ਜਾਂ ਗਲਤ ਕਰਮ ਕਰਕੇ ਹੋਰ ਪਰੇਸ਼ਾਨੀਆਂ ਨੂੰ ਬੁਲਾਵਾ ਦੇਣਾ ਹੈ, ਉਹਨਾਂ ਨੂੰ ਅਸੀਂ ਬਦਲ ਸਕਦੇ ਹਾਂ, ਸਾਡੇ ਹੱਥ ਵਿੱਚ ਨੇ। ਇਹਨੂੰ ਕਹਿੰਦੇ ਨੇ ਕਿਰਿਆਮਾਨ ਕਰਮ। ਤੀਜੇ ਨੇ ਸੰਚਿਤ ਕਰਮ। ਸੰਚਿਤ ਕਰਮ ਉਹਨਾਂ ਗੋਲੀਆਂ ਵਾਲੇ ਨੇ ਜੋ ਬੈਲਟ ਦੇ ਵਿੱਚ ਨੇ। ਇੱਕ ਗੋਲੀ ਚਲਾ ਦਿੱਤੀ, ਇੱਕ ਪਿਸਟਲ ਦੇ ਵਿੱਚ ਪਈ ਹੈ, ਲੇਕਿਨ 10 12 15 20 ਜਾਂ 100 200 ਗੋਲੀਆਂ ਬੈਲਟ ਵਿੱਚ ਪਾਈਆਂ ਨੇ, ਬੈਗ ਵਿੱਚ ਪਾਈਆਂ ਨੇ, ਉਹਨਾਂ ਨੂੰ ਅਸੀਂ ਕੱਢ ਕੇ ਚਲਾਣਾ। ਹੁਣ ਜੇ ਚਾਹੋ ਤੇ ਉਹਨਾਂ ਨੂੰ ਨਾ ਚਲਾਓ। ਸੰਚਿਤ ਕਰਮ ਬਦਲੇ ਜਾ ਸਕਦੇ ਨੇ। ਸੰਚਿਤ ਕਰਮ ਕੀ ਨੇ? ਜੋ ਸਾਡਾ ਸੁਭਾਅ ਬਣ ਚੁੱਕਾ ਹੈ, ਜੋ ਸੰਸਕਾਰ ਸਾਡੇ ਅੰਦਰ ਪੈ ਚੁੱਕੇ ਹਨ, ਜੇ ਉਹਨਾਂ ਨੂੰ ਅਸੀਂ ਬਦਲਣਾ ਚਾਹੀਏ ਤਾਂ ਬਦਲ ਸਕਦੇ ਹਾਂ। ਕਿਉਂ ਕਿ ਜਿਹੜੇ ਮੈਂ ਹੁਣ ਬੋਲ ਰਿਹਾ ਨਾ, ਚਾਹਾਂ ਤਾਂ ਇਹਨੂੰ ਬਦਲ ਸਕਦਾ ਹਾਂ। ਤੇ ਜੈਸਾ ਮੇਰਾ ਬੋਲਣ ਦਾ ਸੁਭਾਅ ਬਣ ਚੁੱਕਾ ਹੈ ਨਾ, ਜੇ ਮੈਂ ਚਾਹਾਂ ਤੇ ਉਸ ਸੁਭਾਅ ਨੂੰ ਪ੍ਰੈਕਟਿਸ ਕਰਕੇ ਬਦਲ ਸਕਦਾ ਹਾਂ। ਜਿਵੇਂ ਮੈਂ ਤੁਹਾਡੇ ਨਾਲ ਬੇਨਤੀ ਕੀਤੀ ਸੀ ਨਾ, ਡਾਕਟਰ ਸਰੂਪ ਸਿੰਘ ਜੀ ਮਰਵਾਹਾ ਨੇ ਚਿੰਤਾ, ਰੋਗ, ਕਾਰਨ ਔਰ ਉਪਾਅ ਦੇ ਅੰਦਰ
ਬਹੁਤ ਵਧੀਆ ਐਕਸਪਲੇਨ ਕੀਤਾ ਹੈ ਕਿ ਵੱਡੀ ਤੋਂ ਵੱਡੀ ਭੈੜੀ ਤੋਂ ਭੈੜੀ ਆਦਤ ਨੂੰ ਅਸੀਂ 20 ਦਿਨ ਦੇ ਅਭਿਆਸ ਦੇ ਨਾਲ ਬਦਲ ਸਕਦੇ ਹਾਂ। ਔਰ ਉਹ ਤਾਂ ਚਿੰਤਾ ਨੂੰ ਇੱਕ ਆਦਤ ਕਹਿੰਦੇ ਨੇ ਕਿ ਚਿੰਤਾ ਵੀ ਇੱਕ ਆਦਤ ਹੈ ਜੋ ਸਿੱਖੀ ਜਾਂਦੀ ਹੈ, ਕਿਉਂਕਿ ਆਦਤਾਂ ਪ੍ਰੈਕਟਿਸ ਦੇ ਨਾਲ ਬਣਦੀਆਂ ਨੇ। ਅਸੀਂ ਰੋਜ਼ ਪ੍ਰੈਕਟਿਸ ਕਰਦੇ ਹਾਂ। ਜੋ ਹਾਰਮੋਨੀਅਮ ਕੋਈ ਸਿੱਖ ਰਿਹਾ ਹੈ ਤਾਂ ਰੋਜ਼ ਪ੍ਰੈਕਟਿਸ ਕਰ ਰਿਹਾ ਹੈ। ਬੱਚਾ ਜੋ ABCD ਪੜ੍ਹ ਰਿਹਾ ਹੈ ਤਾਂ ਰੋਜ਼ ਪ੍ਰੈਕਟਿਸ ਕਰ ਰਿਹਾ ਹੈ, ਉਹ ਸਿੱਖ ਰਿਹਾ ਹੈ। ਇਸੇ ਤਰ੍ਹਾਂ ਅਸੀਂ ਚਿੰਤਾ ਕਰਨੀ ਸਿੱਖਦੇ ਹਾਂ, ਅਭਿਆਸ ਕਰਦੇ ਹਾਂ ਕਿ ਅੱਜ ਬੇਟਾ ਬਾਹਰ ਗਿਆ ਹੈ, ਕਾਸ਼ ਕਿਤੇ ਉਹਦਾ ਐਕਸੀਡੈਂਟ ਹੀ ਨਾ ਹੋ ਜਾਏ। ਐਵੇਂ ਅਸੀਂ ਸਿੱਖਦੇ ਨਾ, ਫਿਰ ਦੂਜੇ ਦਿਨ ਗਿਆ ਫਿਰ ਅੱਜ ਉਹਦਾ ਕਿਤੇ ਗੜਬੜ ਹੀ ਨਾ ਹੋ ਜਾਏ। ਹੌਲੇ ਹੌਲੇ ਅਸੀਂ ਇਹਦਾ ਅਭਿਆਸ ਕਰਦੇ ਹਾਂ ਤੇ ਉਹ ਚਿੰਤਾ ਸਾਡੀ ਪੱਕੀ ਆਦਤ ਹੀ ਬਣ ਜਾਂਦੀ ਹੈ, ਪੱਕੀ ਆਦਤ ਬਣ ਜਾਂਦੀ ਹੈ। ਅਸੀਂ ਪ੍ਰੈਕਟਿਸ ਕੀਤੀ ਹੈ ਉਹਦੀ। ਹੁਣ ਡਾਕਟਰ ਸਰੂਪ ਸਿੰਘ ਮਰਵਾਹਾ ਲਿਖਦੇ ਨੇ ਕਿ ਜਿਹੜਾ ਚਿੰਤਾਵਾਨ ਬੰਦਾ ਹੈ ਨਾ, ਰੋਗੀ ਹੈ, ਉਹ ਚਿੰਤਾ ਦੇ ਅੰਦਰ ਮਸਤ ਰਹਿੰਦਾ ਹੈ। ਉਹਦੇ ਅੰਦਰ ਕੋਈ ਹੋਰ ਵਿਚਾਰ ਆਉਂਦੀ ਹੋਈ ਨਹੀਂ, ਬੱਦਲ ਆ ਗਏ ਨੇ, ਹੁਣ ਪਤਾ ਨਹੀਂ ਹੜ੍ਹ ਆਉਣਗੇ, ਪਿੰਡਾਂ ਦੇ ਪਿੰਡ ਰੁੜ ਜਾਣੇ ਨੇ, ਹੁਣ ਐਤਕੀ ਸਰਦੀ ਪੈਣ ਲੱਗੀ ਹੈ, ਹੁਣ ਕੱਕਰ ਪੈਣਾ ਹੈ, ਹੁਣ ਤੇ ਬਰਫ਼ ਪੈਣੀ ਸ਼ੁਰੂ ਹੋ ਗਈ, ਸਲਿੱਪਰੀ ਬਣ ਜਾਣੀ ਹੈ, ਬਸ ਬੁੱਢੇ ਤੇ ਨਹੀਂ ਬਚਦੇ, ਇਹ ਤੇ ਗਏ, ਲੱਤਾਂ ਬਾਹਾਂ ਟੁੱਟ ਗਈਆਂ। ਯਾਨੀ ਉਹ ਚਿੰਤਾਵਾਂ ਬਾਰੇ ਸੋਚਦਾ ਹੈ, ਅਭਿਆਸ ਕਰਦਾ ਹੈ, ਤੇ ਉਹ ਕਹਿੰਦਾ ਹੈ ਚਿੰਤਾਵਾਨ ਚਿੰਤਾ ਦੇ ਅੰਦਰੋਂ ਰਸ ਲੈਂਦਾ ਹੈ। ਤੇ ਡਾਕਟਰ ਜਿਹੜੇ ਮਨੋਵਿਗਿਆਨਿਕ ਨੇ ਉਹ ਤੇ ਇਹ ਵੀ ਗੱਲ ਕਹਿੰਦੇ ਨੇ ਕਿ ਜਿੱਦਣ ਚਿੰਤਾਵਾਨ ਨੂੰ ਕੋਈ ਚਿੰਤਾ ਨਾ ਹੋਵੇ, ਕੋਈ ਚਿੰਤਾ ਵਾਲੀ ਘਟਨਾ ਨਾ ਘਟੇ, ਉਦੋਂ ਉਹਨੂੰ ਇਹ ਚਿੰਤਾ ਹੋ ਜਾਂਦੀ ਕਿ ਅੱਜ ਚਿੰਤਾ ਹੋਈ ਕਿਉਂ ਨਹੀਂ। ਉਹ ਇਸ ਗੱਲ ਦੀ ਚਿੰਤਾ ਕਰਨ ਲੱਗ ਪੈਂਦਾ ਕਿ ਅੱਜ ਚਿੰਤਾ ਹੋਈ ਕਿਉਂ ਨਹੀਂ, ਕਿਉਂਕਿ ਅਭਿਆਸ ਹੈ ਨਾ। ਹੁਣ ਇਹ ਅਭਿਆਸ ਹੈ, ਚਿੰਤਾ ਅਭਿਆਸ ਹੈ, ਹੋਰ ਕੁਝ ਨਹੀਂ ਹੈ। ਹੁਣ ਜੇ ਤੁਸੀਂ ਖੁਸ਼ ਰਹਿਣ ਦਾ ਅਭਿਆਸ ਕਰੋ, ਚਿੰਤਾ ਕਰਨੀ ਛੱਡ ਦਿਓ, ਖੁਸ਼ ਰਹਿਣ ਦਾ ਅਭਿਆਸ ਕਰੋ, ਵਰਡਿੰਗ ਬਦਲੋ ਆਪਣੀ, ਤਾਂ ਹੌਲੇ ਹੌਲੇ ਤੁਸੀਂ 20 ਦਿਨ ਦੇ ਅਭਿਆਸ ਦੇ ਨਾਲ ਖੁਸ਼ ਰਹਿਣਾ ਸਿੱਖ ਜਾਓਗੇ। ਕਿਉਂਕਿ ਜੋ ਵਰਡਿੰਗ ਅਸੀਂ 20 ਵਾਰੀ 25 ਵਾਰੀ ਬੋਲਦੇ ਹਾਂ ਉਹ ਸਾਡੇ ਅੰਦਰ ਚਲੀ ਜਾਂਦੀ ਹੈ, ਤੇ 20-25 ਦਿਨ ਜਿਹੜੀ ਚੀਜ਼ ਨੂੰ ਅਸੀਂ ਬਾਰ-ਬਾਰ ਦੁਹਰਾਉਂਦੇ ਹਾਂ ਉਹ ਸਾਡੀ ਇੱਕ ਆਦਤ ਬਣ ਜਾਂਦੀ ਹੈ। ਇਸ ਲਈ ਇਹ ਵਰਡਿੰਗ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਪਹਿਲਾਂ ਵੀ ਮੈਂ ਖੁਦ ਵੀ ਇਹਨਾਂ ਚੀਜ਼ਾਂ ਨੂੰ ਰਿਪੀਟ ਕਰਦਾ ਹਾਂ ਸਵੇਰੇ ਉੱਠਦਿਆਂ ਸਾਰ, ਕਿ ਵਾਹਿਗੁਰੂ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ੀ ਹੈ। ਤੇ ਇਹ ਚੀਜ਼ ਨੂੰ ਮੈਂ ਮੇਰਾ ਬੋਲਦਾ ਨਹੀਂ, ਅੰਦਰ ਫੀਲਿੰਗ ਵੀ ਲੈਣੀ ਹੈ, ਐਕਸ਼ਨ ਵੀ ਕਰਨਾ ਹੈ ਕਿ ਵਾਹਿਗੁਰੂ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ੀ ਹੈ। ਐਵੇਂ ਫੀਲਿੰਗ ਵੀ ਲਓ, ਐਕਸ਼ਨ ਵੀ ਕਰੋ। ਇਹ ਨਹੀਂ ਕਿ ਵਾਹਿਗੁਰੂ ਨੇ ਖੁਸ਼ੀਆਂ ਭਰੀ ਜ਼ਿੰਦਗੀ, ਇਹ ਨਹੀਂ। ਮਨ ਬਚਨ ਕਰਮ ਕਰਕੇ ਵਾਹਿਗੁਰੂ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ੀ ਹੈ, ਮੇਰੇ ਚਿਹਰੇ ਤੇ ਨੂਰ, ਮੇਰੀਆਂ ਅੱਖਾਂ ਵਿੱਚ ਚਮਕ, ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਮੇਰੇ ਚਾਰ ਚੁਫੇਰੇ ਖੁਸ਼ੀਆਂ, ਪ੍ਰਸੰਨਤਾਵਾਂ, ਸਫਲਤਾਵਾਂ ਮੌਜੂਦ ਨੇ। ਰੱਬ ਦਾ ਇਹ ਸੰਸਾਰ ਬੜਾ ਸੁਹਾਵਣਾ ਹੈ। ਇਸ ਯੂਨੀਵਰਸ ਦੇ ਅੰਦਰ ਜੋ ਕੁਝ ਵੀ ਹੈ ਉਹ ਪਰਿਪੂਰਨ ਹੈ, ਤੇ ਰੱਬ ਦੇ ਇਸ ਯੂਨੀਵਰਸ ਦੇ ਅੰਦਰ ਮੈਂ ਰੱਬ ਦੀ ਇੱਕ ਸਪੈਸ਼ਲ ਕ੍ਰੀਏਸ਼ਨ ਹਾਂ। ਮੈਂ ਆਪਣੇ ਪਰਿਵਾਰ ਤੋਂ, ਬੱਚਿਆਂ ਤੋਂ, ਸੱਜਣਾ ਮਿੱਤਰਾਂ, ਰਿਸ਼ਤੇਦਾਰਾਂ ਤੋਂ ਸੰਤੁਸ਼ਟ ਹਾਂ, ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਰਿਲੈਕਸ ਹਾਂ, ਮੇਰੇ ਅੰਦਰ ਹਰ ਕੰਮ ਕਰਨ ਦੀ ਤਾਕਤ ਹੈ, ਮੈਂ ਉਤਸ਼ਾਹ ਦੇ ਨਾਲ ਭਰਿਆ ਹੋਇਆ ਹਾਂ, ਮੈਂ ਚੜ੍ਹਦੀ ਕਲਾ ਦੇ ਅੰਦਰ ਹਾਂ, ਮੈਂ ਖੁਸ਼ ਔਰ ਪ੍ਰਸੰਨ ਹਾਂ, ਮੇਰੀ ਜ਼ਿੰਦਗੀ ਠੀਕ ਰਾਹਾਂ ਤੇ ਜਾ ਰਹੀ ਹੈ। ਇਹ ਸ਼ਬਦ ਤੁਸੀਂ 20-25 ਵਾਰੀ ਡੇਲੀ ਰਿਪੀਟ ਕਰੋ ਔਰ 20-25 ਦਿਨ ਲਗਾਤਾਰ ਕਰੋ, ਤੁਸੀਂ ਇਹੋ ਜਿਹੇ ਹੋ ਜਾਓਗੇ। ਇਹਨੂੰ ਕਹਿੰਦੇ ਨੇ ਆਪੇ ਬੀਜ ਆਪੇ ਹੀ ਖਾਓ, ਆਪ ਬੀਜ ਕੇ ਆਪ ਹੀ ਖਾਓਗੇ। ਜੇ ਕਿਸੇ ਨਾਲ ਮਾੜੇ ਬੋਲ ਬੋਲੋਗੇ ਤਾਂ ਉਹਦਾ ਨੁਕਸਾਨ ਕਿਹਨੂੰ ਹੋਣਾ, ਤੁਹਾਨੂੰ। ਕਿਸੇ ਨੇ ਪੁੱਛਿਆ ਸੀ ਗੁੱਸਾ ਕੀ ਹੈ, ਗੁੱਸਾ ਕੀ ਹੈ, ਤੇ ਕਿਸੇ ਸਿਆਣੇ ਬੰਦੇ ਨੇ ਉੱਤਰ ਦਿੱਤਾ, ਆਪਣੇ ਕਿਸੇ ਦੇ ਕਰਮਾਂ ਦੀ ਸਜ਼ਾ ਆਪਣੇ ਆਪ ਨੂੰ ਦੇਣੀ, ਇਹ ਗੁੱਸਾ ਹੈ। ਕਿਸੇ ਦੇ ਦੋਸ਼ ਦੀ ਸਜ਼ਾ ਆਪਣੇ ਆਪ ਨੂੰ ਦੇਣੀ, ਇਹ ਗੁੱਸਾ ਹੈ। ਕਿਸੇ ਨੇ ਤੁਹਾਨੂੰ ਕੁਝ ਕਹਿ ਦਿੱਤਾ ਤੇ ਹੁਣ ਤੁਸੀਂ ਗੁੱਸੇ ਦੇ ਅੰਦਰ ਅਵਾ ਤਵਾ ਬੋਲੀ ਜਾ ਰਹੇ ਹੋ, ਬਲੱਡ ਪ੍ਰੈਸ਼ਰ ਤੁਹਾਡਾ ਵੱਧ ਗਿਆ ਹੈ, ਸੈੱਲ ਤੁਹਾਡੇ ਸੜ ਰਹੇ ਨੇ, ਮੂੰਹ ਤੁਹਾਡਾ ਹੋਰ ਤਰ੍ਹਾਂ ਹੋ ਗਿਆ, ਟੱਪੀ ਜਾ ਰਹੇ ਹੋ, ਕਦੇ ਇੰਝ ਨੂੰ ਕਦੇ ਇੰਝ ਨੂੰ, ਸਜ਼ਾ ਆਪਣੇ ਆਪ ਨੂੰ ਦੇ ਰਹੇ ਹੋ। ਇਸ ਲਈ ਆਪੇ ਬੀਜ ਆਪੇ ਹੀ ਖਾਓ, ਇਸੇ ਨੂੰ ਕਹਿੰਦੇ ਨੇ। ਇਹ ਨਹੀਂ ਕਿ ਮਰਨ ਤੋਂ ਬਾਅਦ ਖਾਓਗੇ, ਅੱਗੇ ਜਾ ਕੇ ਸਵਰਗ ਮਿਲੇਗਾ, ਅੱਗੇ ਜਾ ਕੇ ਨਰਕ। ਮਰਨ ਤੋਂ ਬਾਅਦ ਕੋਈ ਨਰਕ ਸਵਰਗ ਨਹੀਂ ਹੈ। ਇਹ ਦੁਨੀਆ ਨੂੰ ਨਰਕ ਬਣਾ ਲਓ ਜਾਂ ਸਵਰਗ ਬਣਾ ਲਓ, ਤੁਹਾਡੀ ਜ਼ਿੰਦਗੀ ਹੈ। ਆਪਣੇ ਜੀਵਨ ਨੂੰ, ਪਰਿਵਾਰ ਨੂੰ ਸਵਰਗ ਬਣਾ ਲਓ, ਇਹ ਤੁਹਾਡੇ ਹੱਥ ਵਿੱਚ ਹੈ। ਇਹਨੂੰ ਨਰਕ ਬਣਾ ਲਓ, ਇਹ ਤੁਹਾਡੇ ਹੱਥ ਵਿੱਚ ਹੈ। ਤਾਂ ਇਹ 3 ਕਿਸਮ ਦੇ ਕਰਮ ਨੇ ਜੋ ਮੈਂ ਬੇਨਤੀ ਕੀਤੀ ਸੀ, ਪ੍ਰਾਰਬਧ ਕਰਮ, ਜਿਨ੍ਹਾਂ ਦੇ ਬਦਲੇ ਸਾਨੂੰ ਸੁੱਖ ਔਰ ਦੁੱਖ ਮਿਲ ਚੁੱਕੇ ਨੇ, ਉਹਨਾਂ ਨੂੰ ਅਸੀਂ ਬਦਲ ਨਹੀਂ ਸਕਦੇ।
ਦੂਜੇ ਨੇ ਕਿਰਿਆਮਾਨ ਕਰਮ, ਜੋ ਅਸੀਂ ਹੁਣ ਕਰ ਰਹੇ ਹਾਂ ਇਹਨਾਂ ਨੂੰ ਅਸੀਂ ਬਦਲ ਸਕਦੇ ਹਾਂ। ਤੀਜੇ ਨੇ ਸੰਚਿਤ ਕਰਮ, ਜੋ ਸਾਡੇ ਅੰਦਰ ਮਾੜੇ ਵਿਚਾਰ ਨੇ ਅੱਗੋਂ ਅਸੀਂ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਅਸੀਂ ਬਦਲ ਸਕਦੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਆਪੇ ਬੀਜ ਆਪੇ ਹੀ ਖਾਹੋ, ਤੁਹਾਡੇ ਆਪਣੇ ਹੋਏ ਬੀਜੇ ਫਲਾਂ ਦਾ ਫਲ ਤੁਹਾਨੂੰ ਆਪ ਹੀ ਖਾਣਾ ਪੈਣਾ ਹੈ। ਹੁਣ ਸਫਲ ਹੋਣਾ ਚਾਹੁੰਦੇ ਹੋ ਤਾਂ ਸਫਲਤਾ ਵਾਲੇ ਬੀਜ ਬੀਜੋ, ਸਫਲਤਾ ਵਾਲੇ ਵਿਚਾਰ ਸੋਚੋ, ਸਫਲਤਾ ਵਾਲੀਆਂ ਗੱਲਾਂ ਕਰੋ, ਸਫਲਤਾ ਵਾਲੇ ਕਰਮ ਕਰੋ, ਤੇ ਸਫਲਤਾ ਵਾਲੇ ਵਿਚਾਰ ਬੀਜੋਗੇ ਤੁਸੀਂ ਸਫਲ ਹੋ ਜਾਓਗੇ। ਤੇ ਜੇ ਅਸਫਲਤਾ ਵਾਲੇ ਬੀਜੋਗੇ, ਨਹੀਂ ਮੈਂ ਤੇ ਕੁਛ ਨਹੀਂ ਕਰ ਸਕਦਾ, ਮੇਰੇ ਤੇ ਹੁਣ ਗੋਡੇ ਦੁਖਣ ਲੱਗ ਗਏ ਨੇ, ਮੈਂ ਤੇ ਨਿਕੰਮਾ ਹੀ ਆ, ਮੇਰੇ ਤੋਂ ਤੇ ਪਾਸ ਨਹੀਂ ਹੋਇਆ ਜਾਣਾ, ਮੇਰੇ ਤੇ ਬੱਚੇ ਵੀ ਕੱਖ ਨਹੀਂ ਕਰਦੇ, ਇਹ ਬੀਜ ਬੀਜੋਗੇ ਵਿਚਾਰ, ਤੇ ਐਵੇਂ ਦੇ ਹੋ ਜਾਓਗੇ, ਅਸਫਲ ਹੋ ਜਾਓਗੇ। ਦੋ ਟੀਮਾਂ ਖੇਲ ਰਹੀਆਂ ਨੇ, ਇੱਕ ਟੀਮ ਹਾਰ ਤੋਂ ਬਚਣ ਵਾਸਤੇ ਖੇਲ ਰਹੀ ਹੈ ਕਿ ਅਸੀਂ ਹਾਰ ਨਾ ਜਾਈਏ, ਇੱਕ ਟੀਮ ਜਿੱਤਣ ਵਾਸਤੇ ਖੇਲ ਰਹੀ ਹੈ। ਹੁਣ ਇਹਨਾਂ ਚੋਂ ਕਿਹੜੀ ਟੀਮ ਜਿੱਤੇਗੀ? ਜਿਹੜੀ ਹਾਰ ਤੋਂ ਬਚਣ ਲਈ ਖੇਲ ਰਹੀ ਹੈ ਜਾਂ ਜਿਹੜੀ ਜਿੱਤਣ ਵਾਸਤੇ? 2 ਨੰਬਰ ਵਾਲੀ ਜਿਹੜੀ ਜਿੱਤਣ ਵਾਸਤੇ ਖੇਲ ਰਹੀ ਹੈ, ਕਿਉਂਕਿ ਖੇਲ ਹੀ ਜਿੱਤਣ ਵਾਸਤੇ ਰਹੇ ਨੇ, ਤੇ ਦੂਜੇ ਹਾਰ ਤੋਂ ਬਚਣ ਵਾਸਤੇ, ਕਿਉਂਕਿ ਉਹਨਾਂ ਦੇ ਦਿਮਾਗ ਅੰਦਰ ਹਾਰ ਭਰੀ ਪਈ ਹੈ, ਉਹ ਹਾਰ ਜਾਣਗੇ। ਇਸ ਲਈ ਆਗਾ ਹੋ ਪੁੱਤਰਾਗ ਪਿੱਛਾ ਫੇਰ ਨਾ ਮੁਹੜਾ, ਮੈਨੂੰ ਇੱਕ ਬਾਦਸ਼ਾਹ ਦਾ ਨਾਮ ਭੁੱਲ ਗਿਆ, ਸ਼ਾਇਦ ਬੋਨਾਪਾਰਟ ਸੀ ਜਾਂ ਕੋਈ ਹੋਰ, ਸੌਰੀ ਨਾਮ ਮੈਨੂੰ ਨਹੀਂ ਯਾਦ। ਫੌਜਾਂ ਅੱਗੇ ਜ਼ਿਆਦੀਆਂ ਸੀ ਜਿਨ੍ਹਾਂ ਦੇ ਨਾਲ ਉਹਨੇ ਲੜਨਾ ਸੀ, ਤੇ ਇਹਦੀਆਂ ਫੌਜਾਂ ਥੋੜੀਆਂ ਘੱਟ ਸੀ। ਤੇ ਜਿਹੜੇ ਫੌਜੀ ਅਫਸਰ ਸਨ ਉਹਨਾਂ ਨੇ ਸਲਾਹ ਦਿੱਤੀ ਕਿ ਅੱਗੇ ਜੋ ਫੌਜਾਂ ਨੇ ਉਹ ਜ਼ਿਆਦੀਆਂ ਤਾਕਤਵਰ ਨੇ, ਸਾਡੇ ਕੋਲ ਉਹਨਾਂ ਦੇ ਮੁਕਾਬਲੇ ਹਥਿਆਰ ਨਹੀਂ, ਤੇ ਅਸੀਂ ਹਾਰ ਜਾਣਾ, ਅਸੀਂ ਹਥਿਆਰ ਹੋਰ ਇਕੱਠੇ ਕਰਕੇ ਫਿਰ ਹਮਲਾ ਕਰੀਏ। ਉਹ ਕਹਿਣ ਲੱਗਾ ਕੋਈ ਨਹੀਂ, ਆ ਦਰਿਆ ਤਾਂ ਪਾਰ ਕਰੋ, ਅੱਗੇ ਚੱਲ ਕੇ ਸੋਚਦੇ ਹਾਂ। ਦਰਿਆ ਪਾਰ ਕੀਤਾ। ਜਦੋਂ ਉਹਨੇ ਵੇਖਿਆ ਕਿ ਦਰਿਆ ਪਾਰ ਹੋ ਗਿਆ, ਬੰਬ ਮਾਰ ਕੇ ਉਹਨੇ ਦਰਿਆ ਤੋੜ ਦਿੱਤਾ, ਉਹ ਦਰਿਆ ਦਾ ਪੁਲ ਤੋੜ ਦਿੱਤਾ, ਤੇ ਪੁਲ ਤੋੜ ਕੇ ਆਪਣੀਆਂ ਫੌਜਾਂ ਨੂੰ ਤੇ ਜਰਨੈਲਾਂ ਨੂੰ ਕਹਿਣ ਲੱਗਾ ਕਿ ਵਾਪਸ ਜਾਣ ਦਾ ਜੋ ਰਾਸਤਾ ਹੈ ਉਹ ਖਤਮ ਹੋ ਗਿਆ ਹੈ, ਹੁਣ ਪਿੱਛੇ ਤੁਸੀਂ ਜਾ ਨਹੀਂ ਸਕਦੇ, ਪੁਲ ਟੁੱਟ ਚੁੱਕਾ। ਹੁਣ ਤੁਹਾਡੇ ਕੋਲ 2-3 ਆਪਸ਼ਨ ਨੇ, ਜਾਂ ਤੇ ਤੁਸੀਂ ਗੁਲਾਮ ਹੋ ਜਾਓ ਤੇ ਸਾਰੀ ਜ਼ਿੰਦਗੀ ਜੇਲ੍ਹਾਂ ਵਿੱਚ ਸੜੋ, ਸਾਰੀ ਜ਼ਿੰਦਗੀ ਮਜ਼ਦੂਰ ਬਣ ਕੇ, ਗੁਲਾਮ ਬਣ ਕੇ ਗੁਲਾਮੀ ਸਹਾਰੋ। ਦੂਜਾ ਆਪਸ਼ਨ ਇਹ ਹੈ ਕਿ ਮੈਦਾਨੇ ਜੰਗ ਦੇ ਅੰਦਰ ਲੜ ਕੇ ਸ਼ਹੀਦ ਹੋ ਜਾਓ ਤੇ ਤੁਹਾਡਾ ਨਾਮ ਸ਼ਹੀਦਾਂ ਵਿੱਚ ਆਏ। ਤੇ ਤੀਜਾ ਆਪਸ਼ਨ ਇਹ ਹੈ ਕਿ ਇੰਨੀ ਸ਼ਿੱਦਤ ਦੇ ਨਾਲ ਲੜੋ ਕਿ ਸਾਹਮਣੇ ਵਾਲੀਆਂ ਫੌਜਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕਰਕੇ ਜੇਤੂ ਬਣੋ। ਔਰ ਮੈਂ ਤੁਹਾਨੂੰ ਤੀਜਾ ਆਪਸ਼ਨ ਦਵਾਂਗਾ, ਮੈਂ ਤੀਜਾ ਆਪਸ਼ਨ ਚੁਣਿਆ ਹੈ ਕਿ ਅਸੀਂ ਐਵੇਂ ਲੜਨਾ ਹੈ ਕਿ ਇਹਨਾਂ ਨੂੰ ਹਾਰ ਦੇ ਕੇ ਤੇ ਅਸੀਂ ਰਾਜ ਸਿੰਘਾਸਨ ਲੈਣਾ ਹੈ, ਗੁਲਾਮ ਨਹੀਂ ਬਣਨਾ। ਔਰ ਹਕੀਕਤ ਹੈ ਉਹ ਇੰਨੀ ਸ਼ਿੱਦਤ ਦੇ ਨਾਲ ਲੜੇ ਕਿ ਉਹਨਾਂ ਨੇ ਉਸ ਬਾਦਸ਼ਾਹ ਨੂੰ ਹਰਾ ਦਿੱਤਾ ਔਰ ਰਾਜੇ ਬਣ ਗਏ। ਇਸ ਲਈ ਇਹ ਬੀਜ ਹੈ, ਪਿੱਛੇ ਜਾਣ ਦੇ ਸਾਰੇ ਰਾਸਤੇ ਬੰਦ ਕਰ ਦਿਓ, ਮੈਂ ਕੇਵਲ ਅੱਗੇ ਜਾਣਾ ਹੈ, ਮੈਂ ਸੱਚ ਦੇ ਨਾਲ ਜੁੜਨਾ ਹੈ, ਪ੍ਰੇਮ ਦੇ ਨਾਲ ਜੁੜਨਾ ਹੈ, ਬਾਣੀ ਦੇ ਨਾਲ ਜੁੜਨਾ ਹੈ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ ਹੈ, ਰੱਬ ਦੀ ਰਜ਼ਾ ਭਾਣੇ ਮੁਤਾਬਕ ਜ਼ਿੰਦਗੀ ਜੀਣੀ ਹੈ, ਪਿੱਛੇ ਮੈਂ ਨਹੀਂ ਜਾਣਾ। ਪਿੱਛੇ ਜਾਣ ਦੇ ਰਾਸਤੇ ਸਾਰੇ ਬੰਦ ਕਰ ਦਿਓ, ਤੁਸੀਂ ਗੁਰਮਤਿ ਦੇ ਧਾਰਨੀ ਹੋ ਜਾਓ। ਪਰ ਅਸੀਂ ਆਪਸ਼ਨ ਕੀ ਚੁਣਨੇ ਆ? ਨਾ ਜੀ ਸਿੱਖੀ ਤੇ ਬੜੀ ਔਖੀ ਹੈ, ਰਹਿਤ ਰੱਖਣੀ ਤੇ ਬੜੀ ਔਖੀ ਹੈ, ਇਹ ਤੇ ਜੀ ਗੱਲਾਂ ਨੇ ਸਟੇਜੀ, ਕਿੱਥੇ ਐਵੇਂ ਦੀ ਜ਼ਿੰਦਗੀ ਜੀਵੀ ਜਾਂਦੀ ਹੈ, ਐਵੇਂ ਤੇ ਹੋ ਹੀ ਨਹੀਂ ਸਕਦਾ, ਐਵੇਂ ਦੀ ਜ਼ਿੰਦਗੀ ਪੂਰਾ। ਹੁਣ ਆਪਸ਼ਨ ਦੇਖੋ ਅਸੀਂ ਕੀ ਚੁਣ ਰਹੇ ਹਾਂ, ਬੀਜ ਕਿਹੜੇ ਬੀਜ ਰਹੇ ਹਾਂ, ਬੀਜ ਕਿਹੜੇ ਬੀਜ ਰਹੇ ਹਾਂ, ਤੇ ਫਿਰ ਐਵੇਂ ਹੋਏਗਾ ਕਿਵੇਂ ਜਿੱਤੋਗੇ, ਕਿਵੇਂ ਗੁਰਮਤਿ ਦੀ ਜ਼ਿੰਦਗੀ ਜੀਵੋ, ਕਿਵੇਂ ਅਸੀਂ ਜੀ ਸਕਾਂਗੇ, ਕਿਵੇਂ ਗੁਰਮਤਿ ਫੈਲੇਗੀ। ਬੱਚੇ ਜੀ ਸਾਡੇ ਪੰਜਾਬੀ ਨਹੀਂ ਬੋਲਦੇ ਤੇ ਬੱਚੇ ਸੁਣਦੇ ਹੀ ਨਹੀਂ, ਹੁਣ ਕੀ ਬੀਜ ਬੀਜ ਰਹੇ ਹੋ ਕਿ ਬੱਚੇ ਸੁਣਦੇ ਹੀ ਨਹੀਂ, ਤੇ ਜਦੋਂ ਨਹੀਂ ਸੁਣਦੇ ਤੁਹਾਡੇ ਬੀਜ ਹੀ ਪਹਿਲਾਂ ਬੀਜਿਆ ਤੇ ਫਿਰ ਕੀ ਹੋਊਗਾ। ਇਸ ਲਈ ਪੋਜ਼ਿਟਿਵ ਸੋਚੋ, ਪੋਜ਼ਿਟਿਵ ਸਕਾਰਾਤਮਕ ਬੀਜ ਬੀਜੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਹੁਕਮੀ ਦਾ ਮਤਲਬ ਹੁਕਮ ਅੰਦਰ, ਸਿਸਟਮ ਦੇ ਅੰਦਰ ਆਓਗੇ ਔਰ ਚਲੇ ਜਾਓਗੇ। ਜੋ ਵੀ ਆਇਆ ਹੈ ਇਸ ਦੁਨੀਆ ਵਿੱਚ ਹੁਕਮ ਦੇ ਵਿੱਚ ਆਇਆ ਹੈ, ਸਿਸਟਮ ਦੇ ਅੰਦਰ। ਹੁਕਮ ਦਾ ਮਤਲਬ ਸਿਸਟਮ, ਲਾ ਆਫ ਨੇਚਰ। ਲਾ ਆਫ ਨੇਚਰ ਜੋ ਕੁਦਰਤ ਦੇ ਨਿਯਮ ਨੇ, ਉਹਨਾਂ ਨਿਯਮਾਂ ਦੇ ਅੰਦਰ ਸਾਡਾ ਜਨਮ ਹੋਇਆ ਹੈ ਤੇ ਉਹਨਾਂ ਨਿਯਮਾਂ ਦੇ ਅੰਦਰ ਹੀ ਮੌਤ ਹੋ ਜਾਣੀ ਹੈ। ਅਸੀਂ ਦੇਖਦੇ ਹਾਂ ਨਾ, ਜਦੋਂ 40 ਸਾਲ ਤੱਕ ਸਾਡੇ ਜੋ ਸਰੀਰ ਦੇ ਸੈੱਲ ਉਹ ਬਣਦੇ ਜ਼ਿਆਦਾ ਨੇ ਤੇ ਖਤਮ ਘੱਟ ਹੁੰਦੇ ਨੇ। 40 ਸਾਲ
जाके बंदा पूरा हो जाता है, अद्धे अद्धे सैल उन्ने की बनते हैं, उन्ने की मरते हैं। 50 साल तो बाद सैल मरने ज्यादा शुरू हो जाते हैं, बनने घट। हौले हौले बंदा बुढ़ेपे वाल चला जाता है, फिर अखीर एक दिन वो खत्म हो जाता है। ते ये घटना सारिਆਂ ते वापरनी एक अटल सच्चाई है। हर इंसान ही बच्चा, बच्चे तो जवान, जवान तो बुढ़ा, बुढ़े तो बाद मौत। हाँ, एक ਵੱਖਰੀ ਗੱਲ है कि रास्ते ਵਿੱਚ किसी की मौत हो जाती, ਵੱਖਰਾ टॉपिक है। लेकिन ये जन्म और मौत ਤਾਂ पक्का है ना, कोई पहला मर गया कोई बाद ਵਿੱਚ, ਸਾਰਿਆਂ ਨੇ ਇਸ ਦੁਨੀਆ ਤੋਂ ਚਲੇ ਜਾਣਾ ਹੈ। ਤੇ ਜੀਵਨ ਕਿਹਨੂੰ ਕਹਿੰਦੇ ਨੇ? ਜਨਮ ਤੋਂ ਲੈ ਕੇ ਮੌਤ ਤੱਕ ਦੇ ਦਰਮਿਆਨ ਜੋ ਸਮਾਂ ਮਿਲਦਾ ਹੈ ਉਹ ਜੀਵਨ ਹੈ। ਉਸ ਜੀਵਨ ਦੇ ਅੰਦਰ ਜੋ ਬੀਜੋਗੇ ਉਹ ਖਾਓਗੇ। ਹੁਣ ਇਸ ਚੀਜ਼ ਨੂੰ ਲੈ ਕੇ ਚਾਰ ਚੁਫੇਰੇ ਵੇਖੋ। ਜਿਹੜੇ ਪਰਿਵਾਰਾਂ ਦੇ ਅੰਦਰ ਸੁਖ ਸ਼ਾਂਤੀ ਹੈ ਉਹਨਾਂ ਨੇ ਬੀਜ ਪੋਜ਼ਿਟਿਵ ਔਰ ਗੁਣਾਂ ਵਾਲੇ ਬੀਜੇ ਨੇ। ਜਿਨ੍ਹਾਂ ਪਰਿਵਾਰਾਂ ਵਿੱਚ ਦੁੱਖ ਸ਼ਾਂਤੀ ਹੈ ਉਹਨਾਂ ਨੇ ਬੀਜ ਈਰਖਾ ਦਵੇਸ਼ ਵਾਲੇ ਬੀਜੇ ਨੇ, ਯਾਨੀ ਸੰਸਕਾਰ ਪੈਦਾ ਕੀਤੇ ਨੇ। ਜੋ ਅੱਜ ਪੜ੍ਹੇ ਲਿਖੇ ਲੋਕ ਨੇ, ਹਾਈਲੀ ਐਜੂਕੇਟਡ ਨੇ ਜਾਂ ਕਿਸੇ ਨੌਕਰੀ ਪੇਸ਼ੇ ਤੇ ਪਹੁੰਚੇ ਨੇ, ਸਾਇੰਸਦਾਨ ਨੇ ਜਾਂ ਡਾਕਟਰ ਮਨੋਵਿਗਿਆਨਿਕ ਨੇ, ਉਹਨਾਂ ਨੇ ਬੀਜ ਬੀਜੇ ਨੇ ਬਹੁਤ ਕਰੜੀ ਘਾਲਣਾ ਘਾਲੀ ਹੈ। ਤੇ ਜਿਹੜੇ ਸਾਡੇ ਵਰਗੇ ਮਾਪੇ ਭੇਜਦੇ ਹਨ ਪੜ੍ਹਨ, ਤੇ ਅਸੀਂ ਬਾਂਟੇ ਖੇਜ ਕੇ ਝਾੜੀਆਂ 'ਚ ਬਹਿ ਕੇ ਘਰ ਆ ਜਾਂਦੇ ਸੀ ਤੇ ਅੱਜ ਇੱਥੇ ਬੈਠੇ ਹਾਂ। ਕਹਿਣ ਤੋਂ ਭਾਵ ਬੀਜ ਨੇ ਨਾ, ਜੈਸੇ ਕਰਮ ਕਰੋਗੇ ਐਸੇ ਦੁਨੀਆ ਦੇ ਵਿੱਚ ਕਰਮ ਕਰਨੇ ਨੇ, ਐਸੇ ਦੁਨੀਆ ਦੇ ਵਿੱਚ ਤੁਹਾਨੂੰ ਫਲ ਮਿਲਣਾ ਹੈ। ਇਸ ਸੰਸਾਰ ਨੂੰ ਸਵਰਗ ਬਣਾ ਲਓ ਜਾਂ ਨਰਕ ਬਣਾ ਲਓ। ਤਾਂ ਅਸੀਂ ਸੰਭਾਵਨਾ ਹੈ ਸਾਡੇ ਅੰਦਰ। ਸਾਡਾ ਮਤਲਬ ਕਿ ਅਸੀਂ ਕਲਾਸ ਵਾਲੇ ਨਹੀਂ, ਪੂਰੀ ਦੁਨੀਆ ਦੇ ਅੰਦਰ ਇਹ ਪੋਸੀਬਿਲਿਟੀ ਹੈ ਕਿ ਜੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਨਾਵੇਂ ਦਾ ਮਤਲਬ ਸਿਸਟਮ, ਪ੍ਰਭੂ ਦੇ ਗੁਣ। ਰੰਗ ਦਾ ਮਤਲਬ ਪ੍ਰੇਮ। ਜੇ ਅਸੀਂ ਰੱਬ ਦੇ ਨਾਲ ਪਿਆਰ ਪਾ ਲਈਏ, ਸੱਚ ਦੇ ਨਾਲ ਸਾਡੀ ਪ੍ਰੀਤ ਬਣ ਜਾਏ, ਤਾਂ ਸਾਡੀ ਜਿਹੜੀ ਭੈੜੀ ਮੱਤ ਹੈ ਉਹ ਧੁੱਪ ਸਕਦੀ ਹੈ। ਹਰ ਇਨਸਾਨ ਚੰਗਾ ਹੋ ਸਕਦਾ ਹੈ, ਹਰ ਇਨਸਾਨ ਮਹਾਨ ਹੋ ਸਕਦਾ ਹੈ, ਹਰ ਇਨਸਾਨ ਸੁਖੀ ਔਰ ਸ਼ਾਂਤ ਹੋ ਸਕਦਾ ਹੈ, ਆਨੰਦ ਵਾਲੀ ਜ਼ਿੰਦਗੀ ਜੀ ਸਕਦਾ ਹੈ। ਹਰ ਇਨਸਾਨ ਆਪਣੀ ਪਰਸਨਲ ਲਾਈਫ ਨੂੰ, ਫੈਮਿਲੀ ਲਾਈਫ ਨੂੰ ਔਰ ਸੋਸ਼ਲ ਲਾਈਫ ਨੂੰ ਸਵਰਗ ਬਣਾ ਸਕਦਾ ਹੈ। ਤਾਂ ਅਸੀਂ ਸਾਰੇ ਵੀਰਾਂ ਭੈਣਾਂ ਨੇ ਜੋ ਅਸੀਂ ਕਲਾਸ ਵਿੱਚ ਸ਼ਾਮਲ ਹਾਂ, ਅਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਹੈ। ਇਹ ਕਲਾਸ ਕੇਵਲ ਕੰਨ ਰਸ ਨਾ ਬਣ ਜਾਏ। ਜੇ ਕੰਨ ਰਸ ਹੀ ਬਣ ਗਈ ਕਿ ਅੱਜ ਕਥਾ ਬੜੀ ਵਧੀਆ